वाहिगुरु जी का खालसा वाहिगुरु जी की फतेह। शब्द सतगुरु श्री गुरु ग्रंथ साहिब सच्चे पातशाह जी की निगी गोद का रस मान रही गुरु रूप साध संगत जीओ। अज भी समा प्राप्त होया है सत्संग के लेखे विच लाइए। पातशाह जी की पावन जीवन कथा विचों आप जी ने सरवण कीता सी। श्रोमणी भगत भगत प्रहलाद भाई बाला जी की बेनती को सुन करके अपनी आत्मकथा सुना रहे हैं। एक वक्त ऐसा सी प्रहलाद जी दे चाचा जी का राजपाग तिन्ने लोकां विच फैल गया। पर कर्म कुछ ऐसे कीते हाहाकार मच गई। साधुआं ते भगतां दीयां बेनतियां नूं सुण के विष्णु ने वराह का रूप धारण किया। प्रहलाद के चाचे नूं मार मुकाया। इस गल का दुख धक्का प्रहलाद के पिता नूं लगा। राक्षसां नूं सदा दे के 9 राक्षस वड्डे हुक्म कीता है जिथे भी कोई विष्णु की बंदगी करता है भगती करता है सजाए मौत दे दियो। इन्ना क्रोध इन्ना गुस्सा अपने भरा की मौत ते आया। प्रहलाद के पिता बदले की अग विच सड़ते रहे। इन्हां सारे प्रसंगों का आप जी ने आनंद माणिया है। आओ कुछ समा मन व्यक्तियों को एकाग्रचित बनाइए। सान पाओ प्रेम दी असीसा बख्शो। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। मंदिर पिपर बृंद जह रही करें उपद्रव मिल कर तहीं। ये पावन अमृत कथा दूजे पातशाह गुरु अंगद देव जियां नूं भाई बाला जी अपने मुखारबिंद तो सुना रहे थे। आज भगत प्रहलाद खुद चौकड़ा लाके अपने समय की आत्म कथा दस रहे हैं। चाचा जी के मरण तो बाद पिता मेरे ने प्रण किया जात ते विष्णु का नाम रहेगा या नाम रहेगा मेरा। एक जिद सी। इस जिद विच आके उन्होंने लखां पाप कमाए।
ਵੱਡੇ ਵੱਡੇ 9 ਰਾਖਸ਼ਾਂ ਨੂੰ ਦੁਨੀਆ ਦੇ ਵਿੱਚ ਤੋੜ ਦਿੱਤਾ, ਜਿਨ੍ਹਾਂ ਰਾਖਸ਼ਾਂ ਨੇ ਜਾ ਕੇ ਜਿੰਨੇ ਬ੍ਰਾਹਮਣ ਸੀ ਮਾਰ ਮੁਕਾਏ। ਵੱਡੇ ਵੱਡੇ ਰਿਸ਼ੀ ਮੁਨੀ ਸਾਧੂ ਜੋ ਵੀ ਵਿਸ਼ਨੂੰ ਨੂੰ ਵਿਸ਼ਨ ਵਿਸ਼ਨ ਕਹਿ ਕੇ ਮੰਨਦਾ ਤੇ ਜਪਦਾ ਸੀ, ਸਭ ਦਾ ਕਾਣ ਕੀਤਾ। ਕਿਸੇ ਨੂੰ ਉਹਦੀ ਮੌਤ ਦਾ ਕਾਰਨ ਨਹੀਂ ਪੁੱਛਿਆ। ਗੁੱਸੇ ਵਿੱਚ ਸੜਦੇ ਬਲਦੇ ਰਾਖਸ਼ਾਂ ਨੇ ਧਰਮੀ ਲੋਕਾਂ ਦਾ ਘਾਣ ਕੀਤਾ ਏ। ਰਾਮ ਨਗਰ ਕੋ ਅਗਨ ਲਗਾਵੇਂ, ਮਾਰੇ ਵਿਪਰ ਤੇਨ ਜਹ ਪਾਵੇਂ। ਜਿੱਥੇ ਕੋਈ ਪੰਡਤ ਲੱਭਦਾ ਹੈ, ਬ੍ਰਾਹਮਣ ਲੱਭਦਾ ਹੈ, ਪਿੰਡਾਂ ਦੇ ਪਿੰਡ ਰਾਖਸ਼ਾਂ ਨੇ ਜਿਉਂਦੇ ਸਾੜ ਦਿੱਤੇ। ਹੁਣ ਬਿਰਤੀ ਰਾਖਸ਼ ਹੈ, ਤਰਸ ਕਿੱਥੋਂ ਆਏਗਾ? ਕਦੇ ਕਸਾਈ ਦੇ ਕੋਲ ਜਾ ਕੇ ਜੇ ਕੋਈ ਆਖੇ ਤੂੰ ਤਰਸ ਤੇ ਕਰ, ਉਹ ਹੱਸੇਗਾ, ਕਿਉਂਕਿ ਉਹਦੀ ਬਿਰਤੀ ਵਿੱਚ, ਉਹਦੀ ਜ਼ਿੰਦਗੀ ਦੀ ਕਿਤਾਬ ਦੇ ਵਿੱਚ ਤਰਸ ਤੇ ਖਿਮਾ ਨਾਮ ਦਾ ਕੋਈ ਸ਼ਬਦ ਹੀ ਨਹੀਂ ਹੁੰਦਾ। ਇਹਨਾਂ ਰਾਖਸ਼ਾਂ ਨੇ ਨਾ ਬੱਚਾ ਵੇਖਿਆ, ਨਾ ਬਜ਼ੁਰਗ ਵੇਖਿਆ, ਨਾ ਕੋਈ ਸਿਆਣਾ ਦੇਖਿਆ, ਇੱਥੋਂ ਤੱਕ ਔਰਤਾਂ ਤੇ ਵੀ ਜ਼ੁਲਮ ਕੀਤਾ। ਜੇ ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਮਾਲਾ ਵੀ ਗਲ ਵਿੱਚ ਪਾਈ ਹੈ, ਜਾਂ ਕਿਸੇ ਨੇ ਬੁੱਧੀ ਰੱਖੀ ਹੈ, ਕੋਈ ਪਰਬਤਾਂ ਵਿੱਚ ਬੈਠਾ ਭਗਤੀ ਕਰਦਾ ਹੈ, ਈਵਨ ਕਿ ਵਿਸ਼ਨੂੰ ਦੀ ਗੱਲ ਛੱਡੋ, ਬ੍ਰਹਮਾ ਨੂੰ ਜਪਣ ਵਾਲਾ ਹੋਵੇ, ਸ਼ਿਵ ਜੀ ਨੂੰ ਮੰਨਣ ਵਾਲਾ ਹੋਵੇ, ਜਾਂ ਕੋਈ ਰੱਬ ਵੀ ਕਰਦਾ ਹੋਵੇ, ਕਿਸੇ ਨੂੰ ਬਖਸ਼ਦੇ ਨਹੀਂ। ਦੀਨੋ ਅਸ ਪਰ ਘਰ ਬਹੁਤ ਰਸਾ, ਭਾਜੇ ਮੁਨ ਦਿਜ ਤਜੇ ਨਿਵਾਸਾ। ਜਦੋਂ ਪੰਡਤਾਂ ਨੂੰ, ਸਾਧੂਆਂ ਨੂੰ, ਯੋਗੀਆਂ ਨੂੰ, ਫਕੀਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਰਾਖਸ਼ ਆਉਂਦੇ ਆ, ਅੱਗਾਂ ਲਾ ਕੇ ਜਿਉਂਦਿਆਂ ਨੂੰ ਸਾੜ ਦਿੰਦੇ ਆ, ਸ਼ਸਤਰਾਂ ਨਾਲ ਕੱਟ ਵੱਢ ਦਿੰਦੇ ਆ, ਸਭ ਨੂੰ ਆਪਣੀ ਜਾਨ ਪਿਆਰੀ ਹੋ ਗਈ। ਲੋਕੀ ਪਿੰਡਾਂ ਦੇ ਪਿੰਡ ਛੱਡ ਕੇ ਜੰਗਲਾਂ 'ਚ ਜਾ ਬੈਠੇ। ਜਿਵੇਂ ਕੋਈ ਆਪਣਾ ਆਪ ਬਚਾ ਸਕਦਾ ਹੈ, ਬਚਾਇਆ। ਕੋਈ ਕਿਤੇ ਲੁਕਿਆ, ਕੋਈ ਕਿਤੇ ਲੁਕਿਆ। ਕਹਿੰਦੇ ਰਾਖਸ਼ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਵੀ ਮਾਰਦੇ ਸੀ। ਧਰਮੀ ਲੋਕਾਂ ਤੇ ਵਕਤ ਛਿੜ ਗਿਆ। ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲੇ ਸਨਾਤਨ ਮਤ ਦੇ ਹਿੰਦੂ ਵੀਰ ਆਏ, ਸਾਹਿਬ ਜੀ ਔਰੰਗਜ਼ੇਬ ਤੇ ਸ਼ੇਰ ਅਫਗਾਨ ਦੇ ਜ਼ੁਲਮਾਂ ਨੇ ਸਾਡਾ ਕਸ਼ਮੀਰ ਹਿਲਾ ਕੇ ਰੱਖ ਦਿੱਤਾ, ਨਿਤ ਕਤਲੇਆਮ ਹੁੰਦਾ। ਉਹੀ ਕੁਝ ਹੁੰਦਾ ਸੀ। ਇੱਥੋਂ ਤੱਕ ਲੋਕਾਂ ਨੇ ਗਾਂ ਨੂੰ ਨਾ ਬਖਸ਼ਿਆ। ਦੇਖੋ ਗਊ ਹੈ, ਸ਼ਰੀਫ ਹੈ, ਸਾਧੂ ਸੁਭਾਅ ਹੈ ਗਾਂ ਦਾ, ਪਰ ਇਹ ਵੀ ਵਿਚਾਰੀ ਧਰਮ ਦੀ ਬਲੀ ਚੜ ਗਈ। ਮਾਂ ਤੇ ਦੁਨੀਆ ਕਹਿੰਦੀ ਹੈ। ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਗਊ ਸੈਂਸ ਨਾਮ ਦੇ ਟੈਕਸ ਲੱਗਦੇ ਆ। ਮਜ਼ਾਲ ਆ ਕਿਸੇ ਨੇ ਆਪਣੀ ਮਾਂ ਨੂੰ ਕਦੇ ਰੋਟੀ ਪਾਈ ਹੋਵੇ, ਕਿਸੇ ਨੇ ਸੰਭਾਲਿਆ ਹੋਵੇ। ਇੱਕ ਦਰਵੇਸ਼ ਪਸ਼ੂ ਦੇ ਨਾਂ ਤੇ ਅੱਜ ਵੀ ਰਾਜਨੀਤੀ ਹੁੰਦੀ ਹੈ, ਉਦੋਂ ਵੀ ਹੁੰਦੀ ਸੀ। ਬਹੁਤ ਜੀਵ ਨੇ ਜੋ ਧਰਮਾਂ ਦੀ ਬਲੀ ਚੜ੍ਹਦੇ ਆ। ਹੁਣ ਬ੍ਰਾਹਮਣ ਲੋਕ ਗਾਂ ਦਾ ਦੁੱਧ ਪੀਂਦੇ ਸੀ। ਰਾਖਸ਼ਾਂ ਨੇ ਕਹਿ ਦਿੱਤਾ ਜਿੱਥੇ ਗਾਂ ਦਿਸਦੀ ਹੈ ਉਹਦਾ ਵੀ ਵੱਧ ਕਰ ਦਿਓ। ਗਾਵਾਂ ਨੂੰ ਮਾਰਨਾ, ਗਰੀਬਾਂ ਨੂੰ ਮਾਰਨਾ ਤੇ ਬ੍ਰਾਹਮਣਾਂ ਨੂੰ ਮਾਰਨਾ ਰਾਖਸ਼ਾਂ ਦਾ ਕੀਤਾ ਸੀ। ਹੁਣ ਰਾਖਸ਼ ਜੋ ਹੋਇਆ ਉਹਦੇ ਸਾਹਮਣੇ ਕੋਈ ਵੀ ਆਵੇ ਭੀਖ ਮੰਗੇ ਜ਼ਿੰਦਗੀ ਦੀ ਨਹੀਂ ਸੀ ਬਖਸ਼ਦੇ। ਉਹਨਾਂ ਤਾਂਡਵ ਕੀਤਾ ਕਰਕੇ ਜੰਗਲਾਂ ਨੂੰ ਅੱਗਾਂ ਲਾ ਦਿੱਤੀਆਂ। ਮੰਦਰ ਢਾਹੇ ਮਿਲਾਵਹਿ ਧੂਰੀ, ਜਗੈ ਹੋਮ ਤਪ ਕੀਆ ਸਭ ਦੂਰੀ। ਮੰਦਰਾਂ ਦੇ ਮੰਦਰ ਢਾ ਦਿੱਤੇ। ਜੇ ਕਿਤੇ ਕੋਈ ਬ੍ਰਾਹਮਣ ਬੈਠਾ ਜਗ ਕਰਦਾ ਸੀ, ਹਵਨ ਕੁੰਡ ਲਾ ਕੇ ਖੂਨ ਨਾਲ ਭਰ ਦਿੱਤੇ ਸਾਰੇ। ਜਪ ਤਪ ਭਗਤੀ ਲੱਭਣੀ ਮੁਸ਼ਕਲ ਹੋ ਗਈ। ਕਈ ਧਰਮੀਆਂ ਨੇ ਜਾਨ ਬਚਾਉਣ ਵਾਸਤੇ ਭੇਸ ਬਦਲ ਲਏ, ਲਿਬਾਸ ਬਦਲ ਲਏ, ਸਾਡਾ ਪਤਾ ਨਾ ਲੱਗੇ। ਪੂਰੇ ਭਾਰਤ ਦੇਸ਼ ਵਿੱਚ, ਸਮੁੱਚੀ ਦੁਨੀਆ ਦੇ ਵਿੱਚ ਰੱਬ ਦੀ ਬੰਦਗੀ ਕਰਨ ਵਾਲੇ ਉਂਗਲਾਂ 'ਚ ਲੱਭੇ ਜਾਂਦੇ ਸੀ। ਜੇ ਪਤਾ ਲੱਗਦਾ ਸੀ ਉਹ ਟਿਕਾਣਾ ਬਦਲ ਲੈਂਦੇ ਸੀ। ਇੰਨਾ ਖਤਰਾ ਪੈ ਗਿਆ ਕਿਉਂਕਿ ਰਾਖਸ਼ਾਂ ਕੋਲ ਪਾਵਰਾਂ ਨੇ, ਤਾਕਤਾਂ ਨੇ। ਇਹਨਾਂ ਤੇ ਕੋਈ ਕਾਨੂੰਨ, ਕੋਈ ਸ਼ਰ੍ਹਾ ਲਾਗੂ ਨਹੀਂ ਸੀ ਹੁੰਦੀ। ਕੋਈ ਮੰਦਰ ਨਹੀਂ ਛੱਡਿਆ, ਕੋਈ ਧਰਮ ਦਾ ਦੁਆਰਾ ਨਹੀਂ ਛੱਡਿਆ, ਹਰ ਥਾਂ ਨੂੰ ਢਾਹ ਢੇਰੀ ਕਰਤਾ।
ਇਹਨਾਂ ਧਾਰਮਿਕ ਥਾਵਾਂ ਨੂੰ ਢਾਹ ਕੇ ਉਹ ਹੱਸਦੇ ਨੇ, ਖੁਸ਼ ਹੁੰਦੇ ਆ, ਨੱਚਦੇ ਆ। ਕਹਿੰਦੇ ਹਾਹਾਕਾਰ ਮਚਣੀ ਸ਼ੁਰੂ ਹੋ ਗਈ। ਧਰਮੀ ਲੋਕ ਘਰਾਂ ਵਿੱਚ ਲੁਕ ਲੁਕ ਕੇ ਰੱਬ ਅੱਗੇ ਫਰਿਆਦਾਂ ਕਰਦੇ ਨੇ। ਵਿਆਕੁਲ ਭਈ ਪ੍ਰਜਾ ਤਬ ਭਾਰੀ, ਗਿਰੇ ਸੁਰਗ ਤੇ ਜੇ ਸੁਰ ਝਾਰੀ। ਹੁਣ ਜਿੰਨੇ ਸਵਰਗਾਂ ਦੇ ਲੋਕ ਸੀ ਵਕਤ 'ਚ ਆ ਗਏ, ਕਿਉਂਕਿ ਹਰ ਦੇਵਤੇ ਦਾ ਉਪਾਸ਼ਕ ਧਰਤੀ ਤੇ ਦੁਖੀ ਹੈ। ਇੱਥੋਂ ਤੱਕ ਦੇਵੀ ਦੇਵਤੇ ਪਹਾੜਾਂ ਵਿੱਚ ਲੁਕ ਗਏ, ਸਵਰਗਪੁਰੀ ਡੋਲਣ ਲੱਗੀ। ਹਰ ਥਾਂ ਤੇ ਹਾਹਾਕਾਰ ਮਚੀ ਹੋਈ ਹੈ। ਸਮਝ ਹੀ ਨਹੀਂ ਲੋਕਾਂ ਨੂੰ ਆਉਂਦਾ ਰਾਖਸ਼ ਚਾਹੁੰਦੇ ਕੀ ਆ। ਪਰ ਧਰਮੀ ਲੋਕ ਫਰਿਆਦਾਂ ਕਰਦੇ ਨੇ, ਪੁਕਾਰਾਂ ਕਰਦੇ ਨੇ। ਦੇਵੀ ਦੇਵਤੇ ਸਵਰਗਾਂ ਚੋਂ ਡਿੱਗਣੇ ਸ਼ੁਰੂ ਹੋ ਗਏ। ਸਵਰਗ ਲੋਕ ਦੇ ਦੇਵਤੇ ਸਵਰਗ ਤੋਂ ਆਊਟ ਹੋ ਗਏ, ਸੁੱਟੇ ਜਾਂਦੇ ਆ, ਕਿਉਂਕਿ ਰਾਖਸ਼ ਉੱਥੋਂ ਤੱਕ ਵੀ ਪਹੁੰਚਣ ਲੱਗ ਗਏ। ਜੇ ਦੇਵਤਿਆਂ ਦੀ ਭਗਤੀ ਹੈ ਤੇ ਭਗਤੀ ਰਾਖਸ਼ਾਂ ਦੀ ਬੜੀ ਹੈ। ਮਤ ਕੋਈ ਭੁਲੇਖਾ ਰੱਖੇ ਵੀ ਰਾਖਸ਼ ਐਵੇਂ ਸੀ। ਰਾਖਸ਼ ਇੱਕ ਜਾਤ ਸੀ, ਦੇਵਤੇ ਇੱਕ ਜਾਤ ਸੀ, ਰਹਿੰਦੇ ਇਕੱਠੇ ਸੀ, ਮਨ ਮੁਟਾਵ ਸੀ। ਬਸ ਕੁਲਾਂ ਦਾ ਹੀ ਫਰਕ ਪਿਆ। ਉਹਨਾਂ ਅੰਮ੍ਰਿਤ ਪੀ ਲਿਆ, ਉਹਨਾਂ ਸ਼ਰਾਬ ਪੀ ਲਈ, ਵੰਡ ਵਡਈਆ ਹੋ ਗਿਆ, ਲੜ ਪਏ ਆਪਸ ਵਿੱਚ, ਇੱਕ ਦੂਜੇ ਦੇ ਵੈਰੀ ਬਣ ਗਏ, ਦੈਂਤ ਦੈਂਤ ਹੋ ਗਏ, ਦੇਵਤੇ ਦੇਵਤੇ ਹੋ ਗਏ, ਇੱਕ ਦੂਜੇ ਦਾ ਨਾਮ ਵੀ ਬਰਦਾਸ਼ਤ ਨਹੀਂ ਕਰਦੇ। ਭਗਤੀ ਤੇ ਰਾਖਸ਼ਾਂ ਨੇ ਕੀਤੀ ਹੈ। ਬੰਦਗੀ ਉਹਨਾਂ ਦੀ ਬਹੁਤ ਸੀ, ਉਹ ਆਪਣੀ ਬੰਦਗੀ ਕਰਕੇ ਕਰਾਮਾਤਾਂ ਲਈ ਫਿਰਦੇ ਆ। ਇਸ ਕਰਕੇ ਕਿਸੇ ਧਰਮੀ ਨੂੰ ਨਹੀਂ ਬਖਸ਼ਦੇ। ਹਾਹਾਕਾਰ ਮਚਣੀ ਸ਼ੁਰੂ ਹੋਈ, ਰੋਣਾ ਧੋਣਾ ਸ਼ੁਰੂ ਹੋ ਗਿਆ। ਰੱਬ ਅੱਗੇ ਫਰਿਆਦਾਂ ਕਰਨ, ਲੋਕੀ ਕਹਿੰਦੇ ਰੱਬ ਸੁਣਦਾ ਨਹੀਂ, ਪ੍ਰਜਾ ਦੁਖੀ। ਰਾਜਿਆਂ ਦੇ ਰਾਜ ਖੋਹ ਲਏ ਗਏ, ਰਾਜ ਭਾਗ ਦੇ ਰਾਜਿਆਂ ਨੂੰ ਅੰਦਰ ਅੱਗਾਂ ਲਾ ਦਿੱਤੀਆਂ। ਅਪਰ ਭੀਖ ਧਰ ਛਿਟ ਮਹਿ ਰਹੀ, ਜਗ ਹੋਮ ਕੋ ਨਾਮ ਨ ਕਹਿ। ਨਾ ਕਿਤੇ ਜਗ ਹੁੰਦਾ, ਨਾ ਕਿਤੇ ਹਵਨ ਹੁੰਦਾ, ਇਹ ਚੀਜ਼ਾਂ ਦਾ ਤੇ ਨਾਮ ਨਿਸ਼ਾਨ ਹੀ ਮੁੱਕ ਗਿਆ। ਧਰਮੀ ਲੋਕ ਨਾ ਸੁਰੰਗਾ ਪਟ ਪਟ ਧਰਤੀ ਥੱਲੇ ਰਹਿਣ ਲੱਗ ਪਏ ਵੀ ਚੱਲ ਕੋਈ ਤੇ ਬਚੇ। ਇੱਕ ਬਚ ਗਿਆ, ਦੋ ਬਚ ਗਏ, ਅੱਗੇ ਰੱਬ ਦਾ ਨਾਂ ਤੇ ਰਹਿ ਜਾਊਗਾ। ਮਤਲਬ ਇੱਥੋਂ ਤੱਕ ਹਾਹਾਕਾਰ ਮਚਾਤੀ। ਕੱਲਾ ਕੱਲਾ ਰਾਖਸ਼ ਜਿਹਦੇ ਕੋਲ ਰਾਜ ਆ ਗਿਆ, ਉਹਨੇ ਲੱਖਾਂ ਰਾਖਸ਼ ਭੇਜ ਦਿੱਤੇ। ਫਿਰ ਧਰਮੀ ਕੀ ਕਰਦੇ ਉੱਥੇ? ਕਿਉਂਕਿ ਕਲਯੁਗ ਦਾ ਸਮਾਂ ਹੋਵੇ, ਭਾਵੇਂ ਸਤਯੁਗ ਦਾ ਹੋਵੇ, ਦੁਆਪਰ ਹੋਵੇ, ਤ੍ਰੇਤਾ ਹੋਵੇ, ਸਾਚੀ ਉੱਤੇ ਪਾਪ ਤੇ ਝੂਠ ਹਮੇਸ਼ਾ ਭਾਰੂ ਹੀ ਪੈਂਦੇ ਨੇ, ਹਮੇਸ਼ਾ ਹੀ ਪਏ ਆ। ਭਾਵੇਂ ਉਹ ਕ੍ਰਿਸ਼ਨ ਜੀ ਦਾ ਵੇੜਾ ਹੋਵੇ, ਕੰਸ ਕੀ ਸੀ, ਭਾਵੇਂ ਜਿੱਤ ਅੰਤ ਨੂੰ ਸੱਚ ਦੀ ਹੋਵੇ। ਰਾਮ ਜੀ ਦਾ ਵੇੜਾ ਵੇਖੋ, ਰਾਵਣ ਕੀ ਸੀ। ਸਤਯੁਗ ਦਾ ਵੇੜਾ ਵੇਖੋ, ਹਰਨਾਕਸ਼ ਕੀ ਸੀ। ਤੇ ਕਲਯੁਗ ਦਾ ਵੇੜਾ ਵੇਖੋ, ਔਰੰਗਜ਼ੇਬ ਕੀ ਸੀ, ਹਿਟਲਰ ਕੌਣ ਸੀ, ਬੋਨਾਪਾਰਟ, ਨਪੋਲੀਅਨ ਕੌਣ ਸਨ। ਇਹ ਉਹ ਲੋਕ ਸੀ ਜਿਨ੍ਹਾਂ ਹਾਹਾਕਾਰ ਮਚਾਈ ਹੈ। ਪਾਪ ਕੀਤਾ ਧਰਤੀ ਤੇ ਰੱਜ ਰੱਜ ਕੇ, ਦੁਨੀਆ ਨੂੰ ਜ਼ਲੀਲ ਕੀਤਾ, ਸਤਾਇਆ, ਅਪਰਾਧ ਕੀਤੇ। ਰਾਖਸ਼ਾਂ ਨੇ ਲੋਕਾਂ ਤੇ ਰਾਜ ਕਰਨਾ ਸ਼ੁਰੂ ਕਰਤਾ, ਕੁੱਟਮਾਰ ਕਰਨੀ ਸ਼ੁਰੂ ਕਰਤੀ, ਧਰਮੀਆਂ ਨੂੰ ਜਿਉਂਦਿਆਂ ਨੂੰ ਅੱਗ ਲਾ ਦੇਣੀ, ਗਾਵਾਂ ਨੂੰ ਵੱਢ ਦੇਣਾ। ਜੇ ਕੋਈ ਧਰਮੀ ਲੱਭ ਵੀ ਜਾਂਦਾ ਤੇ ਮਾਫੀ ਮੰਗਾਉਂਦੇ ਆ, ਕਹਿੰਦੇ ਧਰਮ ਛੱਡ, ਗਾਲਾਂ ਕੱਢਦਾ। ਲੱਭਣੇ ਔਖੇ ਹੋ ਗਏ, ਖੁਸ਼ ਹੋ ਗਏ ਰਾਖਸ਼, ਕਹਿੰਦੇ ਆਪਾਂ ਧਰਮੀਆਂ ਦਾ ਸਫਾਇਆ ਕਰਤਾ। ਬੜੇ ਆਏ ਧਰਮਾਂ ਨੂੰ ਖਤਮ ਕਰਨ ਵਾਲੇ, ਬੜਿਆਂ ਫੀਲਿੰਗ ਲਈ, ਬੜਿਆਂ ਸੋਚਿਆ, ਪਰ ਜੋ ਮਨੁੱਖ ਕਦੇ ਸੋਚਦਾ ਹੈ ਹਰਗਿਜ਼ ਹੁੰਦਾ ਹੀ ਨਹੀਂ। ਦੋਹਰਾ ਫਿਰ ਨਕਸ਼ਪ ਮਮ ਪਿਤਾ ਤਬ, ਗਇਓ ਕਰਨ ਤਬ ਹੇਤ। ਆਪਣਾ ਰਾਜ ਭਾਗ ਛੱਡ ਕੇ ਭਗਤ ਪ੍ਰਹਿਲਾਦ ਕਹਿੰਦੇ ਮੇਰੇ ਪਿਤਾ ਹਿਰਣਕਸ਼ਪ, ਜਿਨ੍ਹਾਂ ਦਾ ਨਾਮ ਹਿਰਣਕਸ਼ਪ ਹੈ, ਪਰ ਫੁੱਲ ਫਾਰਮ ਚ ਕਿਹਾ ਜਾਂਦਾ ਹੈ ਹਰਨਾਕਸ਼। ਹਿਰਣਕਸ਼ਪ ਤੋਂ ਹਰਨਾਕਸ਼ ਉਹਨੇ ਪ੍ਰਣ ਕੀਤਾ ਵੀ ਧਰਮੀ ਬੰਦਾ ਤੇ ਆਪਾਂ ਛੱਡਿਆ ਹੀ ਕੋਈ ਨਹੀਂ। ਰਹਿ ਕੌਣ ਗਿਆ? ਰਹਿ ਗਿਆ ਵਿਸ਼ਨੂੰ। ਉਹ ਵੱਡੀ ਪਾਵਰ ਹੈ, ਕਿਉਂ ਨਾ ਉਹਦਾ ਮੁਕਾਬਲਾ ਕੀਤਾ ਜਾਏ। ਹਿਰਣਕਸ਼ਪ ਨੇ ਪ੍ਰਣ ਕੀਤਾ ਮੈਂ ਵੀ ਜਾ ਕੇ ਤਪ ਕਰਾਂਗਾ, ਤਪ, ਕਿਉਂਕਿ ਤਪ ਕਰਕੇ ਰਾਜ ਮਿਲਦਾ ਏ, ਪਾਵਰ ਮਿਲਦੀ ਹੈ, ਤੇ ਰਾਜ ਕਰਕੇ ਨਰਕ ਵੱਟਦੇ ਪਏ ਆ। ਜਦੋਂ ਤੁਹਾਡੇ ਕੋਲ ਗਰੀਬੀ ਹੈ, ਸਮਝੋ ਤੁਸੀਂ ਰੱਬ ਦੇ ਬਹੁਤ ਕਰੀਬ ਹੋ।
ਜਿੱਦਣ ਜਿੱਦਣ ਤੁਹਾਡੇ ਕੋਲ ਮਾਇਆ ਆ ਗਈ, ਪੈਸਾ ਆ ਗਿਆ, ਪਦਾਰਥ ਆ ਗਏ, ਲੋਕਾਂ ਵਿੱਚ ਨਾਮ ਹੋ ਗਿਆ, ਸਮਝਣਾ ਸ਼ੁਰੂ ਕਰ ਦੋ ਵੀ ਰੱਬ ਦੀ ਨਜ਼ਰ ਤੋਂ ਦੂਰ ਹੋ ਗਏ, ਪਦਾਰਥਵਾਦੀ ਜੀਵਨ ਹੋ ਗਿਆ, ਮਾਇਆ ਵਿੱਚ ਗ੍ਰਸੇ ਜਾ ਰਹੇ ਹੋ। ਹੁਣ ਰੱਬ ਕਿਸੇ ਜਨਮ ਵਿੱਚ ਵੀ ਪ੍ਰਾਪਤ ਨਹੀਂ ਹੋਣਾ, ਕਿਉਂਕਿ ਮਾਇਆ, ਰਾਜ ਭਾਗ, ਇਹ ਪਦਾਰਥ ਬੰਦੇ ਨੂੰ ਰੱਬ ਤੋਂ ਤੋੜ ਦਿੰਦੇ ਆ, ਦੂਰ ਕਰ ਦਿੰਦੇ ਆ। ਜਦੋਂ ਇਹ ਪ੍ਰਣ ਕੀਤਾ ਉਹਨੇ ਵੀ ਆਪਾਂ ਤਪ ਕਰਦੇ ਆ, ਰਾਜ ਭਾਗ ਦੀ ਇੱਛਾ ਛੱਡ ਕੇ ਵੀ ਜੇ ਮੇਰੇ ਭਰਾ ਕੋਲ ਰਾਜ ਸੀ ਉਹਦੇ ਕੋਲ ਨਾ ਰਿਹਾ ਤੇ ਮੇਰੇ ਕੋਲ ਕਦ ਤੱਕ ਰਹਿਣਾ। ਵਿਸ਼ਨੂੰ ਨੇ ਜੇ ਮੇਰੇ ਭਰਾ ਨੂੰ ਮਾਰਿਆ ਤੇ ਕੱਲ ਮੈਨੂੰ ਵੀ ਤੇ ਮਾਰ ਸਕਦਾ ਹੈ, ਖਤਰਾ ਪੈ ਗਿਆ ਵੀ ਕਿਉਂ ਨਾ ਖਤਰੇ ਦਾ ਹੀ ਸਫਾਇਆ ਕਰ ਦਿੱਤਾ ਜਾਏ। ਭਗਤੀ ਇੰਨੀ ਕਰ ਲਾਂ, ਤਪ ਹੀ ਇੰਨਾ ਕਰ ਲਾਂ, ਜਿਸ ਵਿਸ਼ਨੂੰ ਨੂੰ ਲੋਕ ਮੰਨਦੇ ਆ ਮੈਂ ਉਸ ਵਿਸ਼ਨੂੰ ਨੂੰ ਮਾਰ ਪਕਾਵਾਂ। ਵੇਖੋ ਕਿੱਡੀ ਵੱਡੀ ਸੋਚ ਹੈ। ਉਹ ਜੜ ਫੜਦਾ ਹੈ, ਉਹਨੇ ਇਹ ਨਹੀਂ ਵੇਖਿਆ ਮੈਂ ਬੂਟਾ ਛਾਂਗਦੇ ਆ, ਪੱਤੇ ਝਾੜਦੇ ਆ, ਟਾਹਣੀਆਂ ਸਗਾਦੇ ਆ, ਨਹੀਂ, ਉਹਨੂੰ ਪਤਾ ਹੈ ਜੇ ਸਭ ਕੁਝ ਕਰ ਦਿਆਂਗਾ ਜੜ ਫੇਰ ਹਰੀ ਹੋ ਜੂਗੀ। ਮੈਂ ਧਰਮੀ ਲੋਕਾਂ ਨੂੰ ਮਾਰ ਦਿਆਂਗਾ, ਰਾਖਸ਼ ਖੁਸ਼ ਹੁੰਦੇ ਆ, ਕਦ ਤੱਕ ਇੱਕ ਅੱਧਾ ਧਰਮੀ ਵੀ ਰਹਿ ਗਿਆ ਉਹਨੇ ਹਜ਼ਾਰਾਂ ਨੂੰ ਬਣਾ ਦੇਣਾਗੇ, ਅੱਗੇ ਵੱਧ ਜਾਣਗੇ। ਕਿਉਂ ਨਾ ਧਰਮ ਦਾ ਫਸਾਦ, ਧਰਮ ਦੀ ਜੜ ਹਿਰਣਕਸ਼ਿਪ ਦੇ ਮੁਤਾਬਕ ਵਿਸ਼ਨੂੰ ਨੂੰ ਹੀ ਮਾਰ ਮੁਕਾਉਣਾ। ਜਿਹਨੇ ਇੰਨਾ ਕੁਝ ਕੀਤਾ ਮੇਰੇ ਸਕੇ ਭਰਾ ਨੂੰ ਮਾਰ ਦਿੱਤਾ, ਧੋਖਾ ਕਰਕੇ, ਸੂਰ ਦਾ ਅਵਤਾਰ ਬਣਾ ਕੇ। ਛੇਤੀ ਮਰਦਾ ਨਹੀਂ ਸੀ ਹਰਨਾਕਸ਼ ਦਾ। ਹੁਣ ਆਪਾਂ ਹਰਨਾਕਸ਼ ਦੀ ਕਥਾ ਸੁਣਦੇ ਆ, ਹਰਨਾਕਸ਼ ਕਿਵੇਂ ਬਣਿਆ, ਇਹ ਉਹ ਕਥਾ ਹੈ। ਭਗਤ ਪ੍ਰਹਿਲਾਦ ਸੁਣਾਉਂਦੇ ਆ, ਮੇਰੇ ਪਿਤਾ ਨੇ ਤਪ ਕਰਨ ਦਾ ਇਰਾਦਾ ਕਰਿਆ, ਤਪੱਸਿਆ। ਤਪ ਕਰਨੇ ਸੌਖੇ ਨਹੀਂ, ਸਰੀਰ ਤਪਾਉਣਾ ਪੈਂਦਾ ਏ, ਕੋਰ ਦੁੱਖ ਸਹਿਣੇ ਪੈਂਦੇ ਹਨ। ਜੀਤੋਂ ਦਿਗ ਦਿਗ ਪਾਲ ਜੁਤ, ਜਹੈਸ ਕਲਪ ਸਮੇਤ। ਹੁਣ ਸੰਕਲਪ ਉਹਨੇ ਕੀਤਾ ਏ ਵੀ ਮੈਂ 10 ਦਿਸ਼ਾਵਾਂ ਜਿੱਤਣੀਆਂ ਨੇ, ਸੱਜਾ ਖੱਬਾ ਨਹੀਂ ਗੱਲਾਂ ਵੀ ਪੂਰਬ ਪੱਛਮ ਜਿੱਤ ਲਿਆ ਤੇ ਮੈਂ ਰਾਜਾ। 10 ਦਿਸ਼ਾਵਾਂ, ਸਵਰਗ ਲੋਕ, ਮਾਤ ਲੋਕ ਜਿੱਥੇ ਬੈਠੇ ਆ, ਤੇ ਪਤਾਲ ਲੋਕ ਨੀਵਾਂ, ਤੇ ਆਸੇ ਪਾਸੇ ਦੀਆਂ ਸਾਰੀਆਂ ਦਿਸ਼ਾਵਾਂ ਨੂੰ ਮੈਂ ਜਿੱਤ ਲਵਾਂ। ਪਰ ਜਿੱਤਿਆ ਤਾਂ ਜਾਣਾ ਜੇ ਮੇਰੀ ਇਬਾਦਤ, ਮੇਰੀ ਬੰਦਗੀ, ਮੇਰੀ ਭਗਤੀ ਵੱਡੀ ਹੋਏਗੀ। ਕਹਿੰਦੇ ਹਿਰਣਕਸ਼ਿਪ ਨੇ ਪ੍ਰਣ ਕਰ ਲਿਆ ਵੀ ਮੇਰੀ ਤਪੱਸਿਆ ਤੋੜਨ ਬਹੁਤ ਆਉਣਗੇ ਪਰ ਮੈਂ ਟੁੱਟਣ ਨਹੀਂ ਦੇਣੀ। ਹੱਠ ਕੀਤਾ ਉਹਨੇ ਤਪ ਕਰਨ ਵਾਸਤੇ, ਮਨ ਬਣਾ ਲਿਆ, ਜਿੱਦ ਕਰ ਲਈ। ਆਪਣੀ ਜਿੱਦ ਵਿੱਚ ਆ ਕੇ ਉਹਨੇ ਰਾਜ ਭਾਗ ਛੱਡਿਆ। ਕਹਿੰਦਾ ਰੱਬ ਨਾਮ ਦੀ ਮੈਂ ਚੀਜ਼ ਹੀ ਨਹੀਂ ਛੱਡਣੀ, ਆਖੋ ਸਤਨਾਮ। ਭਗਤੀ ਇੰਨੀ ਕਰਾਂਗਾ, ਤਪੱਸਿਆ ਇੰਨੀ ਕਰਾਂਗਾ, ਆ ਵਿਸ਼ਨੂੰ ਰੱਬ ਬਣਿਆ ਫਿਰਦਾ ਨਾ, ਉਹਨੂੰ ਨਹੀਂ ਬਖਸ਼ਾਂਗਾ। ਜਾਂ ਉਹ ਰੱਬ ਰਹੇਗਾ ਜਾਂ ਮੈਂ ਰਵਾਂਗਾ। ਇੰਨੇ ਹੰਕਾਰ ਵਿੱਚ ਆ ਕੇ ਦੇਖੋ, ਕਰਨ ਚੰਗਾ ਕੰਮ ਚੱਲਿਆ, ਪਰ ਚੰਗੇ ਕੰਮ ਪਿੱਛੇ ਸੋਚ ਕੀ ਹੈ, ਬੁਰਾ ਨਾ ਭਰਾਏ ਦਾ। ਬੰਦਾ ਭਗਤੀ ਕਰੇ, ਨਾਮ ਜਪੇ, ਸੇਵਾ ਕਰੇ, ਪਰ ਕਿਸੇ ਦੇ ਬੁਰਾ ਕਰਨ ਵਾਸਤੇ ਜੀ ਮੈਂ ਅਰਦਾਸ ਕਰਦਾ ਫਲਾਣੇ ਦਾ ਨੁਕਸਾਨ ਹੋ ਜੇ ਤੇ ਮੇਰਾ ਕੰਮ ਬਣ ਜੇ, ਇਹ ਭਗਤੀ ਨਹੀਂ ਹੈ, ਇਹ ਪਾਪ ਹੈ। ਹਿਰਣਕਸ਼ਿਪ ਨੇ ਆਪਣੀ ਮਤ ਦੇ ਮੁਤਾਬਕ ਪ੍ਰਣ ਕੀਤਾ ਮੈਂ ਘੋਰ ਤਪ ਤਪੱਸਿਆ ਕਰਨੀ ਹੈ। ਸੋ ਪਈ ਡਿਡ ਵਿਚਾਰ ਜੂ ਕਰਿਓ ਰਿਆਪੋ, ਲਗਿਓ ਕਰਨ ਤਪ ਸਹਿਤ ਸੰਤਾਪੋ। ਭਗਤ ਪ੍ਰਹਿਲਾਦ ਜੀ ਕਹਿੰਦੇ ਪਾਤਸ਼ਾਹ ਸੁਣੋ, ਦ੍ਰਿੜ ਸੰਕਲਪ ਕਰਕੇ ਭਗਤੀ ਕਰਨ ਚੱਲੇ ਆ, ਤਪ ਕਰਨ ਚੱਲੇ ਆ। ਸੰਕਲਪ ਬਹੁਤ ਵੱਡੀ ਚੀਜ਼ ਹੈ। ਜੇ ਧਰਮੀ ਬਣਨਾ ਹੈ ਦਿਖਾਵੇ ਦੇ ਨਾ ਧਰਮੀ ਬਣੇ ਹੋ, ਸੰਕਲਪ ਕਰਕੇ ਬਣੇ ਹੋ। ਪਾਤਸ਼ਾਹ ਅੱਜ ਤੋਂ ਮੈਂ ਤੇਰਾ ਤੇ ਤੂੰ ਮੇਰਾ, ਮੈਂ ਲੱਖ ਯੋਗਣ ਵੀ ਕਰਾਂ ਬਖਸ਼ਦਾ ਨਹੀਂ, ਮੈਨੂੰ ਦੁਨੀਆ ਤੇ ਆਸ ਕੋਈ ਨਹੀਂ। ਅਸੀਂ ਤੇ ਟਾਈਮ ਪਾਸ ਦੇ ਧਰਮੀ ਆ। ਸਾਡੇ ਅੰਦਰ ਮੈਂ ਕਹਿੰਦਾ ਲੱਗਦਾ ਹੀ ਨਹੀਂ ਅਸੀਂ ਕਦੇ ਗੁਰਦੁਆਰੇ ਜਾਂਦੇ ਆ। ਸਾਡੇ ਜੀਵਨ ਤੇ ਕੋਈ ਗੁਰੂ ਘਰ ਵਾਲੀ ਗੱਲਬਾਤ ਦਿਸਦੀ ਹੋਵੇ, ਕਿਤੇ ਨਾਮ ਦਿਸਦਾ ਹੋਵੇ, ਸਿਮਰਨ ਦਿਸਦਾ ਹੋਵੇ, ਬੰਦਗੀ ਦਿਸਦੀ ਹੋਵੇ, ਸਾਡੀਆਂ ਤੇ ਗੱਲਾਂ ਹੀ ਮਨਮੁਖ ਲੋਕਾਂ ਵਾਲੀਆਂ ਨੇ। ਸਾਡੀ ਤੇ ਬਿਰਤੀ ਉਹੀ ਹੈ, ਨਿੰਦਿਆ, ਚੁਗਲੀ, ਮਾਇਆ, ਪਦਾਰਥ ਇੱਥੇ ਹੀ ਖੜੇ ਆ, ਇਹ ਤੋਂ ਅੱਗੇ ਨਹੀਂ। ਉਸ ਵੇਲੇ ਤਪ ਕਰਨ ਚੱਲੇ ਆ, ਬੁਰਾ ਲੈ ਕੇ ਮਨ ਚ ਕਿਹਦਾ? ਰੱਬ ਦੀ ਬਣਾਈ ਹੋਈ ਸ਼ਕਤੀ ਵਿਸ਼ਨੂੰ ਦਾ।
ਵੀ ਜਾਂ ਮੈਂ ਰਹਾਂਗਾ ਜਾਂ ਵਿਸ਼ਨੂੰ ਰਹੇਗਾ। ਪਰ ਇੱਕ ਗੁਣ ਸੀ ਉਹਦੇ ਵਿੱਚ, ਉਹਨੇ ਸੰਕਲਪ ਇਹ ਕਰ ਲਿਆ ਵੀ ਮਰਨੀ ਮਰ ਜੂੰਗਾ ਪਰ ਮੈਂ ਚੌਂਕੜਾ ਨਹੀਂ ਖੋਲਾਂਗਾ, ਤਪ ਨਹੀਂ ਛੱਡਾਂਗਾ, ਲੱਖ ਮੁਸੀਬਤ ਆਵੇ। ਹੁਣ ਜਿਹੜਾ ਬੰਦਾ ਇਹੋ ਜਿਹਾ ਧਰਮ ਕਮਾਉਂਦਾ ਨਾ, ਉਹ ਕਿਤੇ ਨਾ ਕਿਤੇ ਕੁਝ ਖੱਟ ਜਾਂਦਾ ਹੈ। ਸਾਡਾ ਧਰਮ ਕੀ ਹੈ? ਮੀਂਹ ਪੈ ਜੇ ਅਸੀਂ ਗੁਰਦੁਆਰੇ ਨਹੀਂ ਹੁੰਦੇ, ਧੁੱਪ ਚੜ ਜੇ, ਬਹੁਤੀ ਗਰਮੀ ਹੋ ਜੇ, ਅਸੀਂ ਸੰਗਰਾਂਦ ਵੀ ਛੱਡ ਲੈਂਦੀ ਹੈ, ਚਲਾ ਕੇ ਅੱਜ ਨਹੀਂ ਅਗਲੀ ਵਾਰ ਸਹੀ। ਸਾਡਾ ਧਰਮ ਹੈ ਟਾਈਮ ਪਾਸ। ਉਹ ਬਿਰਲੇ ਨੇ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਸੱਚ ਦੀ, ਜੋ ਕਦਮ ਕਦਮ ਸਤਿਗੁਰਾਂ ਦੇ ਪਿਆਰ 'ਚ ਚੱਲਦੇ ਆ। ਹੁਣ ਉਸ ਵੇਲੇ ਵੇਖੋ ਧਰਮ ਕੈਸਾ ਹੈ, ਉਹਦਾ ਪ੍ਰਣ ਕਰ ਲਿਆ, ਘੋਰ ਤਪੱਸਿਆ ਕਰਾਂਗਾ ਐਸੀ ਵੀ ਬ੍ਰਹਮੇ ਦਾ ਤਖਤ ਹਿਲਾ ਦਿਆਂਗਾ। ਆਖੋ ਸਤਿਨਾਮ। ਕੱਲਾ ਬ੍ਰਹਮਾ ਨਹੀਂ, 33 ਕਰੋੜ ਦੇਵੀ ਦੇਵਤਿਆਂ ਦਾ ਇੰਚਾਰਜ, ਉਹਨਾਂ ਦਾ ਮਾਲਕ ਇੰਦਰ। ਉਹਨੂੰ ਫਿਕਰ ਪੈ ਜਾਣਾ ਕਿ ਮੇਰੇ ਤਖਤ ਤੇ ਨਾ ਬਹਿ ਜੇ, ਮੇਰਾ ਰਾਜ ਹੀ ਨਾ ਲੈ ਲੇ। ਦੇਖੋ ਰੀਸ ਕੀਤੀ ਉਹਨੇ ਵੱਡੇ ਦੀ, ਚੰਗੇ ਦੀ। ਸਾਡੀਆਂ ਰੀਸਾਂ ਕੀ ਹੁੰਦੀਆਂ? ਦੁਨਿਆਵੀ ਲੋਕਾਂ ਦੀ। ਅਸੀਂ ਬੇਫਜ਼ੂਲ ਕੰਮਾਂ ਪਿੱਛੇ ਭੱਜੇ ਫਿਰਦੇ ਆ, ਜਿਹੜੇ ਸਾਡੇ ਮਰ ਕੇ ਨਾਲ ਨਹੀਂ ਜਾਣੇ, ਜਿਉਂਦੇ ਵੀ ਕੰਮ ਨਹੀਂ ਆਣੇ। ਸਾਡਾ ਟਾਈਮ ਉਹਨਾਂ ਚੀਜ਼ਾਂ 'ਚ ਖਰਾਬ ਹੁੰਦਾ ਹੈ। ਅਸੀਂ ਵਕਤ ਦੀ ਬਰਬਾਦੀ ਉਹਨਾਂ ਕੰਮਾਂ ਵਿੱਚ ਕਰਦੇ ਆ ਜੋ ਕੰਮ ਕਦੇ ਵੀ ਸਾਡੇ ਮੁਤਾਬਕ ਨਹੀਂ ਨੇ, ਜੋ ਸਾਨੂੰ ਸ਼ੋਭਾ ਵੀ ਨਹੀਂ ਦਿੰਦੇ, ਕੰਮ ਵੀ ਨਹੀਂ ਆਉਂਦੇ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਭਗਤ ਪ੍ਰਹਿਲਾਦ ਦੇ ਬਚਨਾਂ ਨੂੰ ਸੁਣਦੇ ਆ, ਕਿਉਂਕਿ ਉਹ ਆਤਮ ਕਥਾ ਸੁਣਦੇ ਆ। ਕਹਿੰਦੇ ਪਿਤਾ ਹਿਰਣਕਸ਼ਪ ਨੇ ਇਹ ਪ੍ਰਣ ਕੀਤਾ ਆਪਣੇ ਪਰਿਵਾਰ ਦੇ ਨਾਲ, ਮੈਨੂੰ ਕੋਈ ਬੁਲਾਉਣ ਨਾ ਆਇਓ, ਕੋਈ ਮਰਦਾ ਮਰ ਜਾਵੇ, ਜੰਮਦਾ ਜੰਮ ਜਾਵੇ, ਮੇਰੇ ਤੱਕ ਖਬਰ ਵੀ ਨਾ ਆਵੇ, ਮੇਰਾ ਕੋਈ ਨਹੀਂ ਤੇ ਮੈਂ ਕਿਸੇ ਦਾ ਨਹੀਂ। ਇਹ ਪ੍ਰਣ ਕੀਤਾ ਉਹਨੇ, ਬੜਾ ਵੱਡਾ ਪ੍ਰਣ ਹੈ ਵੀ ਜੇ ਕੋਈ ਮਰ ਜੇ ਮੇਰੀ ਭਗਤੀ 'ਚ ਫਰਕ ਨਾ ਪਵੇ। ਇਹ ਸੰਕਲਪ ਹੈ। ਕਿਤੇ ਨਾ ਕਿਤੇ ਰੱਬ ਨਾਲ ਪ੍ਰੀਤ ਪਾ ਲਈ, ਪਰ ਪ੍ਰੀਤ ਪਿੱਛੇ ਮਕਸਦ ਸੀ, ਕੋਈ ਲਾਲਚ ਸੀ, ਕੋਈ ਸਿਰਫ ਇੱਕ ਬਦਲਾਖੋਰੀ ਦੀ ਭਾਵਨਾ ਸੀ। ਐਸਾ ਧਰਮ ਸੁੱਖ ਨਹੀਂ ਦਿੰਦਾ, ਦੇ ਕੋਈ ਬਹੁਤ ਦਿੰਦਾ ਏ, ਪਦਾਰਥ ਬੜੇ ਆ ਜਾਂਦੇ, ਆਨੰਦ ਨਹੀਂ ਮਿਲਦਾ। ਕਿਤੇ ਚਲਿਆ ਗਿਆ ਪਹਾੜਾਂ ਵਿੱਚ, ਉਧਰ ਰਾਖਸ਼ਾਂ ਨੇ ਧਰਤੀ ਤੇ ਹਾਹਾਕਾਰ ਮਚਾਈ ਪਈ ਹੈ। ਉਹਨੂੰ ਪਤਾ ਸੀ ਵੀ ਇਹਨਾਂ ਨੇ ਧਰਮ ਹੀ ਨਹੀਂ ਛੱਡਣਾ, ਤੇ ਆਪਾਂ ਵਿਸ਼ਨੂੰ ਚੋਪੜਾ ਦੇਣਾ। ਆਖੋ ਸਤਿਨਾਮ। ਆਪਾਂ ਵਿਸ਼ਨੂੰ ਨਹੀਂ ਛੱਡਣਾ। ਇੰਨੀ ਤਪੱਸਿਆ ਕਰਾਂ, ਦੇਵੀ ਦੇਵਤਿਆਂ ਨੂੰ ਮੈਂ ਵਕਤ ਪਾ ਦੇਣਾ ਏ। ਮੰਦਰ ਗਿਰ ਦਰੋਣੀ ਪਰ ਠੰਡਾ, ਮਹਾ ਉਗਰ ਤਪ ਸੋਹਿਤ ਬੜਾ। ਚੱਲਦੇ ਚੱਲਦੇ ਹਿਮਾਲਿਆ ਪਰਬਤਾਂ ਦੀ ਇੱਕ ਸ਼੍ਰਿੰਖਲਾ ਹੈ, ਜਿਹਨੂੰ ਕਹਿੰਦੇ ਆ ਮਧਿਆਚਲ ਪਰਬਤ। ਉਸ ਪਰਬਤ ਤੇ ਜਾ ਖੜਾ ਹੋਇਆ ਹਿਰਣਕਸ਼ਪ ਤਪ ਕਰਨ ਵਾਸਤੇ। ਮਧਿਆਚਲ ਪਰਬਤ ਮੰਦਰ ਗਿਰ ਦਰੋਣੀ ਪਰ ਠੰਡਾ। ਮੰਦਰ ਨਾਮ ਹੈ ਮਧਿਆਚਲ ਪਰਬਤ ਦਾ, ਗਿਰ ਨਾਮ ਹੈ ਪਹਾੜੀ ਦਾ, ਦਰੋਣੀ ਨਾਮ ਹੈ ਚੋਟੀ ਦਾ। ਹਿਰਣਕਸ਼ਪ ਏਡੀ ਵੱਡੀ ਚੋਟੀ ਤੇ ਜਾ ਖੜਿਆ ਹੋਇਆ ਕਿ ਉਹਨੂੰ ਬੜੇ ਰਾਖਸ਼ਾਂ ਨੇ ਆਖਿਆ, ਤੁਸੀਂ ਇੱਥੇ ਕਿਉਂ ਖੜ ਰਹੇ ਹੋ? ਇੱਥੇ ਤੇ ਬਰਫ਼ ਹੈ। ਕਹਿੰਦਾ ਨਹੀਂ, ਤੁਸੀਂ ਮੇਰੇ ਕੁਝ ਨਹੀਂ ਲੱਗਦੇ, ਮੈਂ ਤੁਹਾਡਾ ਕੁਝ ਨਹੀਂ ਲੱਗਦਾ। ਮੈਂ ਬੰਦਗੀ ਕਰਨ ਆਇਆ, ਤਪੱਸਿਆ ਕਰਨ ਆਇਆ, ਮੈਨੂੰ ਰਾਜ ਭਾਗ ਦੀਆਂ ਗੱਲਾਂ ਨਾ ਸੁਣਾਓ। ਕਹਿੰਦੇ ਸਾਰੇ ਰਾਖਸ਼ ਵਾਪਸ ਆ ਗਏ ਜੀ, ਇਕੱਲਾ ਹੀ ਖੜ ਗਿਆ। ਕਈ ਸਾਲ ਖੜਿਆ ਰਿਹਾ, 1 ਸਾਲ ਨਹੀਂ, 2 ਸਾਲ ਨਹੀਂ, 10 ਸਾਲ ਨਹੀਂ, 20 ਸਾਲ, 50 ਸਾਲ ਨਹੀਂ। ਵਿੰਧਿਆਚਲ ਪਰਬਤ ਦੀ ਚੋਟੀ ਤੇ ਹਿਰਣਕਸ਼ਪ ਹਜ਼ਾਰਾਂ ਸਾਲ ਹੀ ਖੜਾ ਰਿਹਾ, ਹਜ਼ਾਰਾਂ ਸਾਲ, ਕਿਉਂਕਿ ਤੇ ਲੱਖਾਂ ਸਾਲਾਂ ਦੀਆਂ ਉਮਰਾਂ ਸੀ ਸਤਿਯੁਗ ਦੇ ਵਿੱਚ। ਖੜਾ ਰਿਹਾ। ਆਖਰਕਾਰ ਅੰਦਰੋਂ ਇੱਕ ਦਿਨ ਸੰਕਲਪ ਆਇਆ ਵੀ ਅਜੇ ਵੀ ਤੇਰਾ ਤਪ ਕੋਈ ਕਠਨ ਨਹੀਂ ਹੈ, ਤੇਰਾ ਤਪ ਕੋਈ ਬਹੁਤ ਵੱਡਾ ਨਹੀਂ। ਮਨ ਕਹਿੰਦਾ ਹੈ ਇੱਥੇ ਤੇ ਮੇਰੇ ਵਰਗਾ 2 ਦਿਨ ਸੇਵਾ ਕਰਕੇ ਕਹਿੰਦਾ ਮੇਰੀ ਸੇਵਾ ਧੰਨ, ਮੈਂ ਉਸ ਵੇਲੇ ਝਾੜੂ ਲਾਉਣਾ ਜਦੋਂ ਲੋਕ ਨਹੀਂ ਉੱਠਦੇ। ਪਰ ਉਹਨੇ ਮਨ ਚ ਆਇਆ ਵੀ ਕੁਝ ਐਸਾ ਕੀਤਾ ਜਾਵੇ, ਕਿਉਂਕਿ ਮੈਂ ਤੇ ਦੇਵੀ ਦੇਵਤਿਆਂ ਨੂੰ ਨੱਥ ਪਾਉਣੀ ਹੈ, ਮਾਰਨਾ ਉਹਨਾਂ ਨੂੰ। ਸਵਰਗ ਲੋਕ ਤੇ ਰਾਜ ਕਰਨਾ ਹੈ, ਧਰਤੀ ਤੇ ਰਾਜ ਕਰਨਾ ਹੈ, ਪਤਾਲ ਲੋਕ ਵਿੱਚ ਰਾਜ ਕਰਨਾ ਹੈ, ਤੇ ਫਿਰ ਰਾਜ ਕਰਨ ਵਾਸਤੇ ਕੁਝ ਖਾਸ ਕਰਨਾ ਪਏਗਾ। ਆਹ ਕੰਮ ਤੇ ਵਿਸ਼ਨੂੰ ਦੇ ਭਗਤ ਵੀ ਕਰਦੇ ਸੀ। ਤਪੱਸਿਆ ਤੇ ਹਰੇਕ ਹੀ ਕਰ ਲੈਂਦਾ ਖੜਾ ਹੋ ਕੇ,
बड़े योगी अज भी तुहानूं मिल जाणगे जी। 40-40 दिन एक लत्त दे भार ते खड़े रहिंदे आ, 40-40 दिन खांदे पींदे नहीं, सब कुछ त्याग दिंदे ने। उरद बाहो जटा समभाना, छित पर पग अंगुष्ठ ते काना। कहते फिर खड़ा रहा दोने हाथ ऊपर करके, सैकड़े साल दोने हाथ ऊपर करके। इत्थे बस नहीं, खब्बा पैर चुकिया गोडे ना लाया, सज्जे पैर ते खड़ा होया। इत्थे भी नहीं, सज्जे पैर तो बाद हिरण्यकशिप सज्जे पैर दे अंगूठे ते खड़ गया। बहुत औखा काम है। कोई साडे जो है 5 मिनट पैर दे अंगूठे एक ते खड़ जे बिना सहारा लेके, कहते जी हाथ ऊपर करके सज्जे पैर दे सज्जे अंगूठे ते सारे शरीर दा भार पाके हिरण्यकशिप खड़ा रहा। जटावां इदां लटक गईयां जिवें सूरज दीयां किरणां होण, प्रकाश झलकदा उन्हां च। इन्नी डरावनी शक्ल हिरण्यकशिप दी हो गई, रंग हो गया काला, क्योंकि घोर तपस्या है। इन्हां पर्वतां ते खड़िया विंध्याचल दे कई तरह के पर्वत ने भारत वर्ष विच, मध्याचल, विंध्याचल, मध्याचल ते हिमाचल ते एक है अरुणाचल। ये पर्वत श्रृंखला दी सब हिमालय दी लग लग विंध्याचल पर्वत ते खड़े रहे, एक पैर दे अंगूठे ते। सच्ची गल है, बड़ा औखा काम है। 5 मिनट नहीं तंदुरुस्त बंदा खड़ सकता, 1 मिनट भी पैर दे अंगूठे ते सारा भार पा के वो खड़ा गया। इसी तपस्या, शरीर नूं तसीहा देना, दुख देना, ओने रज रज के दिते हन। एह आलंब ठांडो कित काला, कीन कठन तप जबे विसाला। भगत प्रहलाद जी आखदे कहते मेरे पिता ने एडा कठन ते घोर तप शुरू करता। कहते उस तप का प्रभाव ते फिर पैना सी। वो तप क्यों है? क्योंकि तपाया अपने आप को, दुखी किया, पर मन पक्का सी भी जिन्ना मर्जी दुख आवे मैं नहीं भजना, मैं नहीं जाना, मैं नहीं डोलना, जो मैं कीता है वो प्राप्त करके हटना है। हिरण्यकशिप ने एक पैर दे अंगूठे ते खड़ के सारे शरीर का भार पाके कई जुग तपस्या की। जुग 4 जुगां दी उम्र कितनी है? 43,20,000 साल। ते कई जुगां दी उम्र कितनी होगी? 60-70 लाख साल। वो तप तपस्या करदा रहा। जट ते अगन धूम प्रकाशा, पसर परियो सोचो दिस पासा। एदियां जटावां दे विचों धुआं निकलना शुरू हो गया। तपस्या है। कदे योगियां नूं जाके वेखियो अपने शरीर विचों अग पैदा कर लैंदे आ। अग माता गुजर कौर जी ने शरीर का परित्याग किया ना, ब्रह्मरंध्र दी नाड़ी भन के। बड़े योधे साधु फकीर ऐसे हुए चौंकड़ा लाउंदे आ, अपने अंदर दी अग नूं प्रगट करदे आ। लकड़ां दी लोड़ नहीं पैंदी, तीली दी लोड़ नहीं पैंदी, भस्म कर लैंदे आ। साडे शरीर विच 5 प्रकार दी अग है। अग तो बिना ये ठंडा है, किसी काम नहीं है। उसे नूं असीं कहने टैंपरेचर। बहुता हाई हो जाए तां भी खराब करदा है, बहुता लो हो जाए कमजोरी आ जाती है, वीकनेस आ जाती है, इम्यूनिटी वीक हो जाती है। ते बहुता हाई हो जाए किन्ना कुछ हिल जांदा उहदे नाल। तपस्या कीती, ऐसी तपस्या, ऐसी घोर, कहते हिरण्यकशिप दे शरीर दे विचों सेक निकलना शुरू हो गया। जटावां चों अग निकलदी, कहते वो अग कादी? प्रताप ही सी ना। पूरी दुनिया विच फैल गया, पूरी दुनिया धरती ते हाहाकार होर मचन लग पई। लोकी कहते हो की रहा है? कोई अनहोनी होएगी। धर्मी लोग जिहड़े बचे सी ਇਹ ਚਰਚਾ ਕਰਦੇ ਨੇ। ਅਦ ਉਰਦ ਸਭ ਜਗਤ ਮਝਾਰੀ, ਤੇਹ ਤੇ ਵਿਆਕੁਲ ਸੁਰ ਨਰ ਝਾਰੀ। ਕਹਿੰਦੇ ਹੁਣ ਇਸ ਤਰ੍ਹਾਂ ਦੀ ਭਗਤੀ ਉਹਨੇ ਕੀਤੀ, ਸਵਰਗਾਂ ਦੇ ਵਿੱਚ ਬੈਠੇ ਦੇਵਤੇ ਪਰੇਸ਼ਾਨ ਹੋ ਗਏ। ਸੇਕ ਲੱਗਦਾ ਤਪੱਸਿਆ। ਜਦ ਜਦ ਕਿਸੇ ਨੇ ਧਰਤੀ ਤੇ ਤਪੱਸਿਆ ਕੀਤੀ ਹੈ, ਉਸ ਤਪੱਸਿਆ ਦਾ ਸੇਕ ਦੇਵਤਿਆਂ ਤੱਕ ਜਾਂਦਾ ਰਿਹਾ। देवते भी दुखी होते रहे,
क्योंकि ਜਦੋਂ ਕਿਸੇ ਦੀ ਪਾਵਰ ਵੱਧ ਜਾਂਦੀ, ਸੁਭਾਵਿਕ ਹੈ ਅੱਜ ਦੇ ਸਮੇਂ ਕੋਈ ਰਾਜਾ ਆਪਣੇ ਰਾਜ ਦੀ ਪਾਵਰ ਹੋਰ ਵਧਾ ਲਏ ਤੇ ਛੋਟੇ ਮੋਟੇ ਵਿਚਾਰੀਆਂ ਪਾਰਟੀਆਂ ਦੁਖੀ ਹੋ ਜਾਂਦੀਆਂ, ਕਹਿੰਦੇ ਯਾਰ ਸਾਡੀ ਸੁਣਦਾ ਹੀ ਕੋਈ ਨਹੀਂ, ਸਾਡੀ ਚੱਲਦੀ ਨਹੀਂ, ਕਹਿੰਦੇ ਅਥਾਰਟੀ ਕੋਈ ਨਹੀਂ ਸਾਡੇ ਕੋਲ। ਹੁਣ ਹਿਰਣਕਸ਼ਪ ਦੇ ਤਪ ਤੇ ਬੰਦਗੀ ਦਾ ਪ੍ਰਭਾਵ ਲੋਕਾਂ ਤੇ ਇੰਨਾ ਪੈ ਗਿਆ ਵੀ ਸਵਰਗਾਂ ਚੋਂ ਦੇਵਤੇ ਡਿੱਗਣੇ ਸ਼ੁਰੂ ਹੋ ਗਏ। ਡਿੱਗਣ ਕਿਉਂ ਲੱਗ ਗਏ? ਭਗਤੀ ਘਟ ਗਈ। ਹੁਣ ਜਿਹਦੀ ਭਗਤੀ ਜ਼ਿਆਦਾ ਆਈ ਉਹਦਾ ਨਾਮ ਦੁਨੀਆ ਤੇ ਹੋਣ ਲੱਗ ਗਿਆ। ਤੁਸੀਂ ਬੰਦਗੀ ਕਰਨ ਲੱਗ ਜਾਓ, ਨਾਮ ਜਪ ਕੇ ਛੁਪ ਛੁਪ ਕੇ ਜਪੋ ਨਾਮ, ਦੱਸੋ ਨਾ ਕਿਸੇ ਨੂੰ ਮੇਰੀ ਬੰਦਗੀ ਕਿੰਨੀ, ਨਿਤਨੇਮ ਕਿੰਨਾ ਹੈ। ਹੌਲੀ 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 ਲੋਕਾਂ 'ਚ ਪ੍ਰਚਲਿਤ ਹੋ ਜਾਓਗੇ ਵੀ ਤੁਹਾਡੇ ਕੋਲ ਸਿਮਰਨ ਬੜਾ ਹੈ। ਪਰ ਜੇ ਸੁਣ ਕੇ ਖੁਸ਼ ਹੋ ਗਏ ਤੇ ਜ਼ੀਰੋ ਹੋ ਗਏ, ਇੱਕਦਮ ਲੈਵਲ ਥੱਲੇ ਆ ਜਾਏ। ਮਤਲਬ ਹਉਮੈ ਤੋਂ ਰਹਿਤ ਹੋਣਾ ਹੈ। ਕੋਈ ਸਿਫਤ ਕਰੇ, ਕੋਈ ਗਾਲ ਕੱਢੇ, ਫਰਕ ਨਾ ਪਵੇ, ਆਪਣੇ ਆਨੰਦ 'ਚ ਰਹਿਣਾ, ਵਿਸਮਾਦ ਵਿੱਚ ਰਹਿਣਾ। ਹੁਣ ਹਿਰਨਾਕਸ਼ ਦੀਆਂ, ਹਿਰਣਕਸ਼ਪ ਦੀਆਂ ਗੱਲਾਂ ਹੁੰਦੀਆਂ ਨੇ, ਬੜੇ ਲੋਕ ਸਿਫਤ ਕਰਦੇ ਆ, ਦੇਵੀ ਦੇਵਤੇ ਗਾਲਾਂ ਕੱਢਦੇ ਆ। ਉਹ ਕਿਉਂ ਚੰਗਾ ਕਹਿਣਗੇ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਇਹ ਜੇ ਤਪ ਤਪੱਸਿਆ ਵੱਧ ਕਰ ਗਿਆ ਤੇ ਸਵਰਗਾਂ ਤੇ ਕਾਬਜ ਹੋ ਜਾਏਗਾ। ਤਪ ਕਰਕੇ ਰਾਜ ਮਿਲਦਾ ਹੈ। ਰਾਜ ਭਾਗ ਦਾ ਡਰ ਰਾਜੇ ਇੰਦਰ ਨੂੰ ਸਤਾਉਂਦਾ ਏ। ਭਗਤ ਸਿੰਧ ਤਾਰਾਗਣ ਗਿਰਹੀ ਦੇ ਦਿਸ਼ ਪਰਲੇ ਜਵਾਲ ਜਨ ਜਰਗੀ। ਜਿੱਥੇ ਦੇਵੀ ਦੇਵਤੇ ਸਵਰਗ ਛੱਡ ਕੇ ਭੱਜਣ ਲੱਗੇ, ਫਿਕਰ ਪੈ ਗਿਆ ਵੀ ਉਹ ਰਾਖਸ਼ਾਂ ਦਾ ਰਾਜ ਹੈ ਹਿਰਣਕਸ਼ਪ। ਅੱਜ ਸਾਡਾ ਦੇਵਤਿਆਂ ਦਾ ਰਾਜ ਹੈ, ਕੱਲ ਸਾਡੇ ਤੇ ਰਾਖਸ਼ ਭਾਰੂ ਹੋਣਗੇ, ਕੱਲ ਹੋਣਗੇ ਸਾਡੇ ਤੇ। ਇਸ ਗੱਲ ਕਰਕੇ ਦੇਵੀ ਦੇਵਤੇ ਕੰਬਣ ਲੱਗੇ। ਬੰਦਾ ਕਦੋਂ ਕੰਬਦਾ? ਜਦੋਂ ਉਹਨੂੰ ਲੱਗਦਾ ਹੈ ਵੀ ਮੇਰਾ ਜ਼ੋਰ ਘੱਟ ਹੈ, ਹਿੰਮਤ ਨਹੀਂ ਮੇਰੇ 'ਚ, ਮੈਂ ਆਡਾ ਨਹੀਂ ਲਾ ਸਕਦਾ, ਮੈਂ ਬਰਾਬਰ ਹਿੱਕ ਠੋਕ ਕੇ ਖੜ ਨਹੀਂ ਸਕਦਾ। ਉਹਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ। ਦੇਵਤਿਆਂ ਨੂੰ ਲੱਗਿਆ ਵੀ ਸਾਡੇ ਤੋਂ ਵੱਧ ਤਪ ਤਪੱਸਿਆ ਬੰਦਗੀ ਘੋਰ ਹਿਰਣਕਸ਼ਪ ਕਰਦੇ ਆ, ਅਸੀਂ ਸਵਰਗਾਂ 'ਚ ਰਹਿ ਨਹੀਂ ਸਕਦੇ। ਜਿੱਦਣ ਦੈਂਤ ਆਉਣਗੇ ਮਾਰ ਮਕਾਉਣਗੇ ਸਾਨੂੰ। ਕਹਿੰਦੇ ਉਹ ਤਿੱਤਰ ਹੋ ਗਏ ਸਵਰਗਾਂ 'ਚ। ਕੋਈ ਕਿਸੇ ਪਹਾੜ 'ਚ ਲੁਕ ਗਿਆ ਛਾਤੀ, ਕੋਈ ਕਿਤੇ ਲੁਕ ਗਿਆ, ਕੋਈ ਕਿਤੇ ਲੁਕ ਗਿਆ। ਇੱਥੋਂ ਤੱਕ ਹਾਹਾਕਾਰ ਮਚੀ, ਅਸਮਾਨ ਦੇ ਤਾਰੇ ਟੁੱਟ ਟੁੱਟ ਕੇ ਡਿੱਗਣ ਲੱਗ ਪਏ। ਵੱਡੇ ਗ੍ਰਹਿਾਂ ਨਾਲ ਗ੍ਰਹਿ ਟਕਰਾ ਗਏ। ਕੁਛ ਐਸਾ ਹੋ ਰਿਹਾ ਸੀ ਧਰਤੀ ਤੇ ਜੋ ਪਹਿਲਾਂ ਨਹੀਂ ਸੀ ਹੋਇਆ। ਕਿਉਂ ਹੋ ਰਿਹਾ ਹੈ? ਭਗਤੀ ਕਰਿਆ ਇਦਾਂ ਕਿਉਂ? ਕਿਉਂਕਿ ਭਗਤੀ ਕਰਨ ਵਾਲੇ ਦਾ ਮਨੋਰਥ ਕੁਝ ਹੋਰ ਹੈ, ਸੰਕਲਪ ਕੁਝ ਹੋਰ ਹੈ। ਤੁਹਾਡਾ ਸੰਕਲਪ ਇੱਕ ਦਿਨ ਤੁਹਾਡੀ એનર્ਜੀ ਬਣ ਜਾਏਗਾ। ਸੰਕਲਪ ਕਰ ਲਓ, ਮਨ 'ਚ ਸੰਕਲਪ ਕਰ ਲਓ ਵੀ ਅੱਜ ਤੋਂ ਬਾਅਦ ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ, ਮੈਨੂੰ ਕੋਈ ਡਰਾ ਨਹੀਂ ਸਕਦਾ, ਮੇਰਾ ਕੋਈ ਵਿਗਾੜ ਨਹੀਂ ਸਕਦਾ। ਕੀ ਕਰੂ ਕੋਈ ਮੇਰਾ? ਸੰਕਲਪ ਕਰ ਲਓ ਪੱਕਾ। ਮੈਂ ਕਹਿੰਦਾ ਰਿਸ਼ਤੇਦਾਰ ਵੀ ਤੇ ਮਿੱਤਰ ਵੀ ਪਾਣੀ ਭਰਦੇ ਫਿਰਨਗੇ। ਆਖੋ ਸਤਿਨਾਮ। ਮਨ 'ਚ ਇਹ ਕਰ ਲਓ ਸੰਕਲਪ ਵੀ ਮੈਂ ਲੋਕਾਂ ਦੇ ਸਾਹਮਣੇ ਕੁਝ ਹੋਰ ਆ ਤੇ ਅੰਦਰੋਂ ਕੁਝ ਹੋਰ ਰਹਿਣਾ। ਇਹ ਸੰਕਲਪ ਕਰ ਲਓ ਤੇ ਲੋਕ ਤੁਹਾਨੂੰ ਚਲਾਕ ਕਹਿਣ ਲੱਗ ਜਾਣਗੇ। ਤੁਹਾਡਾ ਸੰਕਲਪ ਹੈ ਵੀ ਮੇਰੀ ਚਲਾਕੀ ਕੋਈ ਜਾਣਦਾ ਨਹੀਂ, ਮੈਂ ਜੋ ਕਰਦਾ ਕਿਸੇ ਨੂੰ ਕੀ ਪਤਾ ਹੈ। ਇਹ ਸੰਕਲਪ ਨਾ ਤੁਹਾਡਾ ਅੰਦਰ ਤੇ ਲੋਕੀ ਕੀ ਕਹਿੰਦੇ? ਕਹਿੰਦੇ ਯਾਰ ਬੜਾ ਚਲਾਕ ਬੰਦਾ ਹੈ, ਬਚਿਓ ਇਹਦੇ ਤੋਂ ਜ਼ੁਬਾਨ ਦਾ ਹੀ ਮਿੱਠਾ ਹੈ। ਤੁਸੀਂ ਕਿਹੜਾ ਦੱਸਣਗੇ ਸੀ? ਪਤਾ ਹੈ ਲੋਕਾਂ ਨੂੰ। ਤੁਹਾਡੇ ਸੰਕਲਪ ਤੁਹਾਡੇ ਲਈ ਸਭ ਕੁਝ ਕਰਦੇ ਆ। ਜੱਗ ਦੀ ਪਰਵਾਹ ਛੱਡ ਦੋ, ਸੰਕਲਪ ਹੈ। ਤੁਹਾਡੀ ਪਰਵਾਹ ਕਰਨੀ ਲੋਕ ਛੱਡ ਦੇਣਗੇ। ਤੁਸੀਂ ਕਦੋਂ ਕਿੱਥੇ ਕੀ ਕਰਦੇ? ਜਦ ਤੱਕ ਤੁਸੀਂ ਲੋਕਾਂ ਬਾਰੇ ਪੁੱਛਦੇ ਫਿਰੋਗੇ ਤੇ ਲੋਕ ਤੁਹਾਡੇ ਬਾਰੇ ਵੀ ਪੁੱਛਦੇ ਨੇ। ਸੁਭਾਵਿਕ ਹੈ, ਸੰਕਲਪ ਹੈ ਤੁਹਾਡਾ, ਤੁਹਾਡੇ ਕੋਰੇ 'ਚ ਫਿੱਟ ਆ ਜਾਂਦਾ ਹੈ। ਤੁਸੀਂ ਜਿਹੜੇ ਹਾਲਾਤਾਂ 'ਚ ਚੱਲੋਗੇ, ਜ਼ਮਾਨਾ ਤੁਹਾਡੇ ਨਾਲ ਉਹੋ ਜਿਹੇ ਹਾਲਾਤਾਂ 'ਚ ਮਿਲੇਗਾ। ਬੁਰਾ ਸੋਚਣ ਲੱਗ ਜਾਓ, ਬੁਰਾ ਕਰਨ ਲੱਗ ਜਾਓ, ਤੁਹਾਡਾ ਭਲਾ ਹੀ ਨਹੀਂ ਕੋਈ ਕਰਦਾ। ਸੰਕਲਪ ਕਰ ਲਓ ਵੀ ਮੈਂ ਸਭ ਦਾ ਭਲਾ ਕਰਨਾ, ਮੇਰਾ ਜਿਹਨੇ ਬੁਰਾ ਕਰਨਾ ਹੀ ਕਰ ਲਓ, ਮੇਰਾ ਕੋਈ ਦੁਸ਼ਮਣ ਨਹੀਂ। ਇੱਕ ਦਿਨ ਦੁਸ਼ਮਣ ਵੀ ਮਿੱਤਰ ਬਣ ਜਾਣਗੇ, ਮਿਲਣ ਨੂੰ ਤਰਸਣਗੇ। ਸੰਕਲਪ ਕਰ ਲਿਆ ਵੀ ਮੈਂ ਕੋਈ ਦੇਵੀ ਦੇਵਤਾ ਨਹੀਂ ਛੱਡਣਾ। ਸੰਕਲਪ ਤੇ ਦੇਵਤਿਆਂ ਤੇ ਭਾਜੜ ਫਿਰ ਪੈਣੀ। ਆਖੋ ਸਤਿਨਾਮ। ਤਾਰੇ ਟੁੱਟਣੇ ਸ਼ੁਰੂ ਹੋ ਗਏ, ਹਾਹਾਕਾਰ ਮਚਣ ਲੱਗ ਪਈ। ਪ੍ਰਿਥਵੀ ਆਪਣੀ ਗਤੀ ਤੋਂ ਵੱਧ ਤੇਜ਼ ਹੋ ਗਈ। ਧਰਤੀ ਦੇ ਸਮੁੰਦਰਾਂ ਦੇ ਵਿੱਚ ਤੂਫਾਨ ਹੋਣੇ ਸ਼ੁਰੂ ਹੋ ਗਏ। ਉਹਦੀ એનર્ਜੀ ਦਾ ਅਸਰ ਹੈ, ਭਗਤੀ ਦਾ ਅਸਰ ਹੈ। ਭਗਤੀ ਨੂੰ ਤੁਸੀਂ ਕਿਸੇ ਮਰਜ਼ੀ ਮੋੜ ਵਿੱਚ ਕਰ ਲਓ, ਉਹੀ ਚੀਜ਼ ਦੇ ਦੇਗੀ। ਪਦਾਰਥਾਂ ਵਾਸਤੇ ਗੁਰਦੁਆਰੇ ਆਓ, ਸਤਸੰਗ ਵਿੱਚ ਆਓ, ਪਦਾਰਥ ਮਿਲ ਜਾਣਗੇ, ਪਰ ਸ਼ਾਂਤੀ ਨਹੀਂ ਮਿਲਣੀ। ਇਕਾਗਰਤਾ ਵਾਸਤੇ ਆਓ, ਮਹਾਰਾਜ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਕੁਝ ਨਹੀਂ ਚਾਹੀਦਾ।
ਗੁਰੂ ਤੁਹਾਨੂੰ ਨਾਮ ਦੇ ਦੇਣਗੇ, ਪਦਾਰਥਾਂ ਤੋਂ ਦੂਰ ਰੱਖਣਗੇ। ਸੰਕਲਪ ਹਿਰਣਕਸ਼ਪ ਦਾ ਸੰਕਲਪ ਸੀ, ਮੈਂ ਦੇਵੀ ਦੇਵਤਿਆਂ ਤੋਂ ਬਦਲਾ ਲੈਣਾ ਹੈ। ਸੰਕਲਪ ਆ ਨਾ, ਇੱਕ ਪ੍ਰਣ ਕੀਤਾ ਉਹਨੇ। ਕਹਿੰਦੇ ਉਸ ਪ੍ਰਣ ਦਾ ਇਫੈਕਟ ਹੋਣਾ ਸ਼ੁਰੂ ਹੋ ਗਿਆ, ਸਮੁੰਦਰਾਂ 'ਚ ਜਵਾਹਰ ਭਾਟੇ ਆਉਣ ਲੱਗ ਗਏ, ਲੋਕੀ ਕਹਿਣ ਲੱਗ ਗਏ ਧਰਤੀ ਤੇ, ਕਹਿੰਦੇ ਬਾਈ ਕੁਛ ਮਾੜਾ ਹੋਊਗਾ। ਭਵਿੱਖਬਾਣੀਆਂ ਕਰਨ ਵਾਲੇ ਅੱਜ ਵੀ ਬੜੇ ਆ, ਬੜਾ ਕੁਝ 2022 ਚੜਿਆ, ਖੁਸ਼ੀਆਂ ਮਨਾਉਨੇ ਆ, ਜਿਵੇਂ 20 ਚ ਹੋਇਆ 22 ਚ ਬੜਾ ਕੁਝ ਹੋਣਾ, ਬਹੁਤ ਕੁਝ ਆਏਗਾ ਤੁਹਾਡੇ ਸਾਹਮਣੇ, ਸੋਚ ਵੀ ਨਹੀਂ ਸਕਦੇ। ਹਾਹਾਕਾਰ ਮਚੂਗੀ, ਦੁਨੀਆ ਦੇ ਹਾਲਾਤ ਮਾੜੇ ਹੋਣਗੇ, ਬੰਦਾ ਬੰਦੇ ਦਾ ਵੈਰੀ ਵੀ ਬਣ ਜਾਏਗਾ, ਇਹ ਸਭ ਕੁਝ ਹੋ ਜਾਂਦਾ ਹੈ। ਕਦੋਂ ਹੁੰਦਾ ਹੈ? ਜਦ ਕੋਈ ਅਲੱਗ ਤੋਂ એનર્ਜੀ ਆਉਂਦੀ ਹੈ, ਕੋਈ ਇਫੈਕਟ ਕਰਦੀ ਹੈ, ਚੰਗੀ ਹੋਵੇ ਮਾੜੀ ਹੋਵੇ, ਕਿੱਦਾਂ ਦੀਆਂ ਵਾਈਬਸ ਨੇ। ਹੁਣ ਉੱਥੇ ਹਿਰਣਕਸ਼ਪ ਦੀ ਇੱਕ ਤਮੰਨਾ ਹੈ, ਤਿੰਨੇ ਲੋਕਾਂ ਤੇ ਮੇਰਾ ਰਾਜ ਹੋਵੇ, ਦੇਵਤਿਆਂ ਨੂੰ ਫੜ ਕੇ ਅੰਦਰ ਕਰੋ, ਜਿਵੇਂ ਰੱਬ ਨੇ ਕਹਿੰਦਾ ਸੀ, ਗ੍ਰਿਫਤਾਰ ਕਰੋ ਹੀ ਨਾ, ਮਾਰੋ ਹੀ ਨਾ, ਰਾਜਾ ਮੈਂ, ਰੱਬ ਮੈਂ। ਤੇ ਕਹਿੰਦੇ ਹੁਣ ਉਹਦੀ ਭਗਤੀ ਦਾ ਪ੍ਰਭਾਵ ਹੋਣ ਲੱਗ ਗਿਆ, ਚੰਦ ਸੂਰਜ ਕੰਬਣ ਲੱਗ ਪਏ, ਕਈ ਮਹੀਨੇ ਸੂਰਜ ਨਹੀਂ ਚੜ੍ਹਦਾ, ਭੁਚਾਲ ਆਉਣੇ ਸ਼ੁਰੂ ਹੋ ਗਏ। ਤੇ ਜਦੋਂ ਸੁਨਾਮੀ ਆਉਂਗੀਆਂ, ਭੁਚਾਲ ਆ ਗਏ, ਤੇ ਲੋਕਾਂ ਸਿਆਣਿਆਂ ਨੇ ਗੱਲਾਂ ਕੀਤੀਆਂ, ਕਹਿੰਦੇ ਧਰਤੀ ਤੇ ਪਾਪ ਵਧ ਗਿਆ। ਪਾਪ ਕਿਉਂ ਵਧਿਆ? ਕਿਉਂ ਹੋਇਆ ਸਭ ਕੁਝ? ਰਾਖਸ਼ਾਂ ਨੇ ਧਰਮੀ ਛੱਡੀ ਕੋਈ ਨਹੀਂ, ਆਖੋ ਸਤਨਾਮ। ਜਿਹੜਾ ਆ ਗਿਆ ਵੜਤਾ, ਜਿਹੜਾ ਆ ਗਿਆ ਮਾਰਤਾ। ਜਦੋਂ ਫਿਰ ਪਾਪ ਹੁੰਦਾ ਹੈ, ਧਰਤੀ ਤੇ ਕੁਦਰਤ ਰਿਸਾਈਕਲ ਹੋ ਕੇ ਚੱਲਦੀ ਹੈ, ਕੁਛ ਨਾ ਕੁਛ ਚੇਂਜ ਕਰਦੀ ਰਹਿੰਦੀ ਹੈ। ਹਾਲਾਤ ਬਦਲਦੇ ਆ, ਉਦੋਂ ਵੀ ਬਦਲੇ, ਅੱਜ ਵੀ ਬਦਲਦੇ ਆ। ਕਹਿੰਦੇ ਜਦੋਂ ਧਰਤੀ ਤੇ ਹਾਹਾਕਾਰ ਫੇਰ ਮੱਚੀ, ਬੰਦੇ ਨਾਲ ਬੰਦਾ ਲੜਨ ਲੱਗ ਪਿਆ, ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਕੋਈ ਸਿੱਧੇ ਮੂੰਹ ਨਹੀਂ ਕਿਸੇ ਨਾਲ ਬੋਲਦਾ। ਕਹਿੰਦੇ ਯੁੱਗ ਸਤਯੁਗ ਦਾ ਚੱਲਦਾ, ਵਰਤਦਾ ਕਲਯੁਗ ਪਿਆ। ਕਲਯੁਗ ਕਿਉਂ ਹੈ? ਇੱਥੇ ਜੇ 4 ਬੰਦੇ ਵੀ ਤੁਹਾਡੇ ਮਿੱਤਰ ਨੇ, ਮਾੜੀ ਜਿਹੀ ਪਿੱਠ ਮੋੜੋ, ਉਹਦੀ ਸ਼ੁਰੂ ਹੋ ਜਾਣਗੇ, ਕਹਿੰਦੇ ਯਾਰ ਕੋਈ ਬਹੁਤਾ ਚੰਗਾ ਬੰਦਾ ਨਹੀਂ, ਅੱਗੋਂ ਨਹੀਂ ਲੈ ਕੇ ਆਉਣਾ, ਲੈ ਤੂੰ ਖਰਚੇ ਕਰਦਾ, ਫਿਰ ਉਹ ਤੈਨੂੰ ਮੈਡਲ ਪਾਉਂਦੇ ਫਿਰਦੇ। ਹੁਣ ਜਿਹੜੇ ਉਹ 3 ਖੜੇ ਸੀ ਨਾ, ਆਪਾਂ ਤਿੰਨਾਂ ਨੇ ਕਿਸੇ ਦੀ ਗੱਲ ਕੀਤੀ, ਉਹਨਾਂ ਤਿੰਨਾਂ ਚੋਂ ਲੈ ਮੈਂ ਪਾਸੇ ਹੋ ਜਾਣਾ, ਮੇਰੀ ਸ਼ੁਰੂ ਹੋ ਜਾਣੀ ਹੈ। ਉਹ ਚੋਂ ਇੱਕ ਹੋਰ ਚਲੇ ਗਿਆ, ਉੱਥੇ ਮੇਰੇ ਵਰਗੇ ਨੇ ਸ਼ੁਰੂ ਕਰ ਦਿੰਦਾ ਹੈ। ਘਰੇ ਇਹਨੂੰ ਕੋਈ ਪੁੱਛਦਾ ਨਹੀਂ, ਇੱਥੇ ਚੌਧਰੀ ਬਣਿਆ ਫਿਰਦਾ, ਕਹਿੰਦਾ ਪੀਜ਼ਾ ਖਾਣਾ, ਘਰੇ ਘਰ ਵਾਲੀ ਰੋਟੀ ਨਹੀਂ ਦਿੰਦੀ। ਆ ਚੱਲਦਾ ਸਮਾਜ ਦਾ ਹਾਲ। ਮਰਦ ਕਹਿੰਦੇ ਆ ਤੇਰਾ ਕੋਈ ਵੀ ਮਿੱਤ ਨਹੀਂ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ, ਗੁਰੂ ਤੇਗ ਬਹਾਦਰ ਬਾਦਸ਼ਾਹ ਦੇ ਬਚਨ। ਕਹਿੰਦੇ ਇਸ ਕਲਯੁਗ ਦੇ ਵਿੱਚ ਤੇਰਾ ਕੋਈ ਮਿੱਤਰ ਨਹੀਂ। ਸਕੇ ਧੀ ਪੁੱਤ ਮਾਪਿਆਂ ਦੀ ਬੁਰਾਈ ਕਰਦੇ ਵੇਖੇ, ਮਾਪੇ ਧੀਆਂ ਪੁੱਤਾਂ ਦੀ ਬੁਰਾਈ ਕਰਦੇ ਵੇਖੇ, ਮਿੱਤਰ ਕੌਣ ਹੈ? ਕਿਸੇ ਦਾ ਨਹੀਂ ਹੈ। ਸਿਰਫ ਆਪਣੇ ਮਿੱਤਰ ਬਣੋ, ਆਪਣੇ ਆਪ ਨਾਲ ਖੁਸ਼ ਰਹੋ, ਰੱਬ ਨੂੰ ਆਪਣਾ ਯਾਰ ਸੱਜਣ ਪਿਆਰਾ ਬਣਾਓ, ਜ਼ਿੰਦਗੀ ਬੇਪਰਵਾਹੀ ਦੀ ਜੀਓ, ਕਿਹੜਾ ਬਾਰ-ਬਾਰ ਮਿਲਦੀ ਹੈ। ਉੱਥੇ ਹੋਇਆ ਕੀ? ਕਿਸੇ ਕਲਯੁਗ ਵਰਤਣ ਲੱਗ ਗਿਆ, ਸਤਯੁਗ ਦੇ ਸਮੇਂ 'ਚ ਪਾਪ ਹੋਣ ਲੱਗ ਪਏ, ਗਾਵਾਂ ਮਰਨੀਆਂ ਸ਼ੁਰੂ ਹੋ ਗਈਆਂ, ਧਾਰਮਿਕ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਕੌਣ ਮਾਰ ਜਾਂਦਾ ਹੈ, ਕਿਤੇ ਭਗਤੀ ਨਹੀਂ, ਹਰ ਪਾਸੇ ਪਾਪ, ਬਲਾਤਕਾਰ, ਇਦਾਂ ਦੀਆਂ ਘਟਨਾਵਾਂ ਹੋਣ ਲੱਗੀਆਂ। ਤੇ ਦੇਵੀ ਦੇਵਤਿਆਂ ਦੀ ਲੋਕ ਭਗਤੀ ਕਰਦੇ ਸੀ, ਤੇ ਦੇਵਤਿਆਂ ਨੂੰ ਆਪਣਾ ਵਕਤ ਪੈ ਗਿਆ, ਉਹ ਕਹਿੰਦੇ ਸਾਡਾ ਕੀ ਬਣੂ, ਭਗਤਾਂ ਨੂੰ ਤੇ ਛੱਡੋ, ਸਾਡਾ ਕੀ ਬਣੂਗਾ। ਇੰਨਾ ਰੌਲਾ ਸ਼ੋਰ ਸ਼ਰਾਬਾ ਹੋ ਗਿਆ, ਧਰਤੀ ਡੋਲਣ ਲੱਗ ਪਈ। ਦੀਪ ਸਹਿਤ ਚਿਤ ਸਰਬ ਵਿਸਾਲਾ, ਸਹਿਲ ਸੰਪੂਰਨ ਭਾਪੂ ਚਾਲਾ। ਵੱਡੇ ਵੱਡੇ ਭੁਚਾਲ ਆਏ, ਕਹਿੰਦੇ ਹਿਮਾਲਿਆ ਪਰਬਤ ਦੀਆਂ ਚੋਟੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ। ਕਿਹਦੇ ਕਰਕੇ? એનર્ਜੀ ਵਾਯੂ ਵਿੱਚ ਚੇਂਜ ਹੋ ਗਈ। ਕਿਸ ਦੀ? ਹਿਰਣਕਸ਼ਪ ਦੀ ਤਪੱਸਿਆ। ਉਹ ਇੱਕ ਪੈਰ ਦੇ ਅੰਗੂਠੇ ਤੇ ਖੜ ਕੇ ਅਗਲਾ ਤਪੱਸਿਆ ਕਰਦਾ, ਦੁਨੀਆ ਨਹੀਂ ਹਿੱਲੂ। ਅੱਜ ਵੀ ਹਿੱਲਦੀ ਦੁਨੀਆ। ਤੁਸੀਂ ਜ਼ਮਾਨੇ 'ਚ ਕੁਝ ਵੱਖਰਾ ਕਰਕੇ ਵਿਖਾਓ, ਤੇ ਜ਼ਮਾਨਾ ਤੁਹਾਡੇ ਪਿੱਛੇ ਪਿੱਛੇ ਤੁਰਿਆ ਫਿਰਦਾ। ਉਦੋਂ ਤੇ ਜੋਗੀ ਐਸਾ ਸੀ, ਉਹਨੇ ਸਭ ਭਗਤੀ ਵਾਲੇ ਮਾਰ ਦਿੱਤੇ, ਆਪਣੀ ਭਗਤੀ ਉਹਨੇ ਨਵੇਂ ਸਟਾਈਲ 'ਚ ਸ਼ੁਰੂ ਕਰ ਦਿੱਤੀ। ਰਾਮ 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 ਕਰੀ, ਕਹਿੰਦਾ ਮੈਂ ਤੇ ਰੱਬ ਨੂੰ ਮਿਲਣਾ, ਮੈਂ ਨਹੀਂ ਮਿਲਣਾ ਕਿਸੇ ਨੂੰ, ਕੋਈ ਹੋਰ ਨਾ ਮੇਰੇ ਕੋਲ ਆਵੇ। ਡੋਲਣ ਲੱਗੀ ਧਰਤੀ। ਪਰ ਇੱਧਰ ਹਿਰਣਕਸ਼ਪ ਦਾ ਸਰੀਰ ਪਿੰਜਰਾ ਬਣ ਗਿਆ, ਪਿੰਜਰਾ। ਹਾਰਟ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਆਹ ਹਾਲਤ ਹੋ ਗਈ ਹੈ, ਕੇਵਲ ਇਸ ਪਿੰਜਰ ਵਿੱਚ ਰੂਹ ਰਹਿ ਗਈ, ਜਿਸਮ ਖਤਮ ਹੋ ਗਿਆ। ਹਿਰਣਕਸ਼ਪ ਦੀ ਹਾਲਤ
बद तो बदतर हो गई। पर ਉਹਨੇ ਜਦੋਂ ਵੇਖਿਆ ਨਾ ਧਰਤੀ ਤੇ ਜਵਾਰ ਭਾਟੇ ਆਉਂਦੇ ਆ, ਭੁਚਾਲ ਆਉਂਦੇ ਆ, ਸੁਨਾਮੀਆਂ ਆਉਂਦੀਆਂ ਨੇ, ਉਹ ਨਹੀਂ ਉੱਠਿਆ। ਕਹਿੰਦਾ ਨਾ ਆਪਾਂ ਉੱਠਣਾ ਤੇ ਨਾ ਸਾਨੂੰ ਕਿਸੇ ਨੇ ਠੋਣਾ। ਉਧਰ ਸਵਰਗਾਂ ਦੇ ਦੇਵਤੇ ਆਪਸ ਵਿੱਚ ਡਾਂਗੋ ਡਾਂਗੀ ਹੋ ਲੜਨ ਲੱਗ ਪਏ। ਕਹਿੰਦੇ ਹਟਾਓ ਉਹਨੂੰ ਜਾ ਕੇ, ਉਹ ਤਪੱਸਿਆ ਕਰਦਾ ਹੈ, ਉਹਦਾ ਸਾਨੂੰ ਸੇਕ ਆਉਂਦਾ ਏ। ਵੱਡੋ ਤਰਾਸ ਧਾਰਿਓ ਰਸੁਰ ਸਾਰੇ, ਕਮਲਾਸਨ ਕੇ ਪਾਸ ਪਧਾਰੇ। ਵੱਡੇ ਵੱਡੇ ਦੇਵੀ ਦੇਵਤੇ ਚਿੰਤਾ ਵਿੱਚ ਰਾਤਾਂ ਨੂੰ ਸੌਂਦੇ ਨਹੀਂ। ਦੇਵਤਿਆਂ ਦਾ ਹਾਲ ਹੋ ਗਿਆ ਤੇ ਭਗਤਾਂ ਦਾ ਕੀ ਬਣੂ। ਆਖਰਕਾਰ ਦੇਵਤੇ ਆਏ ਚੱਲ ਕੇ ਇੰਦਰ ਪਾਸ, ਰਾਜਾ ਹੈ ਸਵਰਗਾਂ ਦਾ। ਕਹਿੰਦੇ ਰਾਜਨ ਹਿਰਣਕਸ਼ਪ ਪਹਿਲਾਂ ਹੀ ਰਾਖਸ਼ ਹੈ, ਉਹਨੇ ਧਰਤੀ ਤੇ ਧਰਮੀ ਛੱਡਿਆ ਹੀ ਕੋਈ ਨਹੀਂ। ਰਾਖਸ਼ਾਂ ਨੇ ਇਕੱਠੇ ਹੋ ਕੇ ਹੁਣ ਉਹ ਤਪੱਸਿਆ ਕਰਨ ਲੱਗੇ, ਕੀ ਬਣੂਗਾ। ਉਹ ਕਹਿੰਦਾ ਕਰ ਮੈਂ ਵੀ ਕੁਝ ਨਹੀਂ ਸਕਦਾ, ਮੈਨੂੰ ਤੇ ਆਪਣਾ ਫਿਕਰ ਪਿਆ ਜੇ ਕੱਲ ਉਹਦੀ ਤਪੱਸਿਆ ਪੂਰੀ ਹੋ ਗਈ ਕਿਤੇ ਰਾਜਾ ਇੰਦਰ ਨਾ ਬਣ ਬੈਠੇ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ। ਦੇਵਤਿਆਂ ਨੂੰ ਆਪਣਾ ਫਿਕਰ ਪਿਆ ਤੇ ਰਾਜੇ ਇੰਦਰ ਨੂੰ ਆਪਣਾ। ਕਹਿੰਦਾ ਜੇ ਮੇਰੇ ਤਖਤ ਤੇ ਆ ਕੇ ਬਹਿ ਗਿਆ ਮੈਨੂੰ ਤੇ ਫਿਰ ਗ੍ਰਿਫਤਾਰੀ ਕਰੂਗਾ ਨਾ, ਅੰਦਰ ਕਰੂ ਮੈਨੂੰ। ਮੈਂ ਆਪਣੀਆਂ ਮਨ ਮਰਜ਼ੀਆਂ ਕੀਤੀਆਂ, ਅਗਲਾ ਆਪਣੀਆਂ ਕਰੂਗਾ। ਕਹਿੰਦੇ ਹੁਣ ਕੀ ਕਰੀਏ। ਉਹਨਾਂ ਆਪਣਾ ਗੁਰੂ ਬੁਲਾਇਆ ਸ਼ੁਕਰਾਚਾਰਿਆ, ਉਹਨੂੰ ਪੁੱਛਿਆ। ਉਹ ਕਹਿੰਦੇ ਗੱਲ ਸੁਣੋ ਵੀ ਇਹ ਸੌਖਾ ਜਿਹਾ ਕੰਮ ਹੈ। ਹੁਣ ਇੱਕ ਗੱਲ ਹੋਰ ਹੈ, ਤੁਸੀਂ ਕੋਈ ਪ੍ਰੋਡਕਟ ਮੰਗਾਇਆ, ਮਸ਼ੀਨ ਮੰਗਾਈ ਹੈ, ਤੁਹਾਡੇ ਵੱਸ ਦਾ ਕੰਮ ਨਹੀਂ ਹੈ। ਉਹ ਖਰਾਬ ਹੋਵੇ, ਖਰਾਬ ਕਰੇ, ਸੌਫਟਵੇਅਰ ਪ੍ਰੋਬਲਮ, ਤੁਸੀਂ ਕੀ ਕਹਿੰਦੇ ਹੋ ਕੰਪਨੀ ਨੂੰ ਬੁਲਾਓ। ਬੰਦਾ ਉਹੀ ਹੈ, ਮੈਨੂਫੈਕਚਰਿੰਗ ਡਿਫੈਕਟ ਹੈ, ਉਹ ਠੀਕ ਹੈ ਜਾਂ ਚੇਂਜ ਕਰਨਗੇ। ਕਹਿੰਦੇ ਜਿਹਨੇ ਸ੍ਰਿਸ਼ਟੀ ਰਚੀ ਉਹਦੇ ਕੋਲ ਚੱਲੋ। ਰੱਬੇ ਕੋਲ ਵੀ ਜਿਹਨੇ ਜਨਮ ਦਿੱਤਾ ਹਿਰਣਕਸ਼ਪ ਵਰਗਿਆਂ ਨੂੰ ਇੱਥੇ ਬਣਾਇਆ ਹੈ, ਜਿਹਨੇ ਮਸ਼ੀਨ ਬਣਾਈ ਹੈ, ਜਿਹਨੇ ਚਲਾਈ ਹੈ, ਬੰਦ ਕਰਨ ਦਾ ਤਰੀਕਾ ਵੀ ਤੇ ਉਸ ਨੂੰ ਪਤਾ ਹੁੰਦਾ ਹੈ ਵੀ ਇਹਦੀ ਫਿਊਜ਼ ਕਿੱਥੇ ਆ। ਕਿਤੇ ਬ੍ਰਹਮਾ ਜੀ ਕੋਲ ਚੱਲਦੇ ਆ, ਆਪੇ ਕਰਨਗੇ ਹੱਲ। ਹੋਈ ਸਾਰੇ ਦੇਵਤੇ ਇਕੱਠੇ ਹੋ ਗਏ, ਸਾਰੇ ਦੇ ਸਾਰੇ 33 ਕਰੋੜ ਦੇ। ਕਿਹਦੇ ਪਿੱਛੇ? ਇੱਕ ਮਾੜੇ ਬੰਦੇ ਨੇ ਸਭ ਨੂੰ ਅੱਗੇ ਲਾਇਆ ਹੋਇਆ। ਸਤਨਾਮ। ਭਾਵੇਂ ਉਹ ਬੰਦਾ ਮਾੜਾ ਹੈ, ਭਗਤੀ ਕਰਦਾ ਰੱਬ ਦੀ, ਉਹਦੀ ਭਗਤੀ ਦਾ ਮਿਸ਼ਨ ਕੋਈ ਹੋਰ ਸੀ, ਕੁਛ ਹੋਰ ਮਿਸ਼ਨ ਸੀ। ਬਸ ਮੈਂ ਹੋਵਾਂ, ਮੇਰਾ ਰਾਜ ਹੋਵੇ ਤੇ ਤੀਜਾ ਫਿਰ ਮੈਂ ਹੋਵਾਂ, ਹੋਰ ਹੋਵੇ ਕੋਈ ਨਾ। ਤੇ ਬ੍ਰਹਮਾ ਜੀ ਦੇ ਕੋਲ ਇਕੱਠੇ ਹੋ ਕੇ ਆ ਗਏ, ਬ੍ਰਹਮਪੁਰੀ ਪਹੁੰਚ ਗਏ। ਬ੍ਰਹਮਾ ਜੀ ਕਹਿੰਦੇ ਕੀ ਹੋਇਆ? ਕਹਿੰਦੇ ਸਰਕਾਰ ਹੁਣ ਤੁਹਾਡੀ ਲੋੜ ਪੈ ਗਈ। ਰਾਜਾ ਇੰਦਰ ਵੀ ਹੱਥ ਜੋੜੀ ਖੜੇ, ਧਰਤੀ ਤੇ ਹਾਹਾਕਾਰ ਮਚ ਗਈ ਹੈ, ਪਾਪ ਹੋ ਗਿਆ। ਹੁਣ ਪਾਪ ਪੁੰਨ ਵਿੱਚ ਫਰਕ ਰਿਹਾ ਕੋਈ ਨਹੀਂ। ਬੰਧਨ ਕਰ ਨਿਜ ਬਿਨੈ ਸੁਣਾਈ, ਕਸਨ ਚੰਤ ਤੁਮ ਲੋਕਣ ਰਾਈ। ਸਨਾਤਨ ਮਤ ਵਿੱਚ ਮੰਨਿਆ ਜਾਂਦਾ ਹੈ ਬ੍ਰਹਮਾ ਜੀ ਦੇ 4 ਮੁਖ ਨੇ। ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਉਪਦੇਸ਼ ਦਾ ਵੇਖ ਸੁਰਸਤੀ ਦੇਖ ਲੁਭਾਣਾ। ਭਾਈ ਗੁਰਦਾਸ ਲਿਖਦੇ ਆ। ਚੌਮੁਖੀ ਬ੍ਰਹਮੇ ਦੇ ਕੋਲ ਆ ਕੇ ਦੇਵਤੇ ਬਹਿ ਕੇ ਰੋਣ ਲੱਗ ਗਏ। ਬ੍ਰਹਮਾ ਕਹਿੰਦਾ ਦੱਸੋ। ਕਹਿੰਦੇ ਦੱਸੀਏ ਕੀ? ਧਰਤੀ ਵੱਲ ਵੇਖੋ ਜੀ, ਡੋਲ ਰਹੀ ਹੈ ਪਾਪ ਪੁੰਨ, ਪਤਾ ਹੀ ਨਹੀਂ ਲੱਗਦਾ ਕੀ ਹੋਇਆ। ਧਰਤੀ ਤੇ ਜਦ ਹਾਹਾਕਾਰ ਮਚ ਗਈ। ਨਿਸ਼ਾਨੀ ਕੀ ਹੈ? ਜਿਹੜਾ ਧਰਮ ਹੁੰਦਾ ਏ, ਸੱਚ ਹੁੰਦਾ ਏ, ਉਹ ਪਖੰਡ ਕਰਨ ਲੱਗ ਜਾਂਦੇ ਲੋਕੀ, ਉਹ ਚ ਡਾਇਵਰਟ ਕਰ ਦਿੰਦੇ ਆ, ਪਤਾ ਹੀ ਨਹੀਂ ਲੱਗਦਾ। ਹੁਣ ਅੱਜ ਦੇ ਸਮੇਂ ਕਿੰਨਾ ਘੋਰ ਕਲਯੁਗ ਹੈ, ਪਤਾ ਲੱਗਦਾ ਧਰਮੀ ਕੌਣ ਆ ਤੇ ਠੱਗ ਕੌਣ ਹੈ। ਠੱਗ ਧਰਮੀ ਬਣੇ ਫਿਰਦੇ, ਧਰਮੀ ਠੱਗ ਬਣੇ ਫਿਰਦੇ। ਫਰਕ ਲੱਗਦਾ ਕਿਤੇ? ਕੱਪੜਾ ਹੀ ਆ ਜਿਹੜਾ ਮਰਜ਼ੀ ਪਾ ਕੇ ਭਗਵੇ, ਜਿੱਥੇ ਮਰਜ਼ੀ ਮੰਗੋ। ਲੋਕੀ ਤੇ ਬਾਬਾ ਜੀ ਕਹਿਣਗੇ ਨਾ, ਜੋ ਮਰਜ਼ੀ ਕਰ ਲੋ ਹਰ ਪਾਸੇ। ਉੱਥੇ ਦੇਵਤੇ ਰੋ ਰੋ ਕੇ ਬ੍ਰਹਮਾ ਨੂੰ ਮੱਥਾ ਟੇਕ ਕੇ ਕਹਿਣ ਲੱਗੇ, ਹੇ ਪਰਵਤਗਾਰ, ਕਿਉਂਕਿ ਵੱਡਾ ਹੈ, ਤੇਰੀ ਰੱਬ ਨਾਲ ਸਾਂਝ ਹੈ, ਕਿਰਪਾ ਕਰੋ, ਜਲਦੀ ਸ੍ਰਿਸ਼ਟੀ ਬਚਾ ਲਵੋ। ਹਿਰਣਕਸ਼ਪ ਤਬ ਕਰਤ ਕਠੋਰ, ਜਗ ਮਹਿ ਭੈ ਪਸਿਓ ਚੋਰਾ। ਬ੍ਰਹਮਾ ਜੀ ਕਹਿੰਦੇ ਅਸਲ ਦੁੱਖ ਦੱਸੋ। ਕਹਿੰਦੇ ਜੀ ਹਿਰਣਕਸ਼ਪ ਭਗਤੀ ਕਰਦਾ। ਕਹਿੰਦੇ ਫਿਰ ਕੀ ਮਾੜਾ ਹੋਇਆ? ਭਗਤੀ ਕਰਦਾ। ਕਹਿੰਦੇ ਨਹੀਂ, ਇੰਨਾ ਕਠੋਰ ਤਪ ਕਰ ਰਿਹਾ ਹੈ, ਧਰਤੀ ਡੋਲ ਰਹੀ ਹੈ। ਜਦ ਧਰਤੀ ਤੇ ਕਿਸੇ ਨੇ ਕਠੋਰ ਤਪ ਕੀਤਾ ਨਾ, ਧਰਤੀ ਹਿੱਲੀ ਹੈ, ਹਾਹਾਕਾਰ ਮੱਚੀ, ਬੜਾ ਕੁਝ ਹੋਇਆ। ਕਹਿੰਦੇ ਜੀ ਉਹਦੀ ਮਨਸ਼ਾ ਮਾੜੀ ਹੈ, ਤਪ ਮਾੜਾ ਨਹੀਂ ਹੈ, ਤਪੱਸਿਆ ਮਾੜੀ ਨਹੀਂ, ਮਨਸ਼ਾ ਮਾੜੀ ਹੈ।
ਮਨੋਰਥ ਸੰਕਲਪ। ਹੁਣ ਤੁਸੀਂ ਧਰਮ ਵੀ ਕਮਾਓ ਤੇ ਮਨਸ਼ਾ ਲੈ ਕੇ ਆਓ ਬੁਰੀ, ਪੂਰੀ ਤੇ ਹੋ ਜੂਗੀ, ਪਰ ਪੂਰੀ ਕਰਾਉਣ ਵਾਲਿਆ ਭਲਾ ਤੇਰਾ ਨਹੀਂ ਹੋਣਾ। ਖੁਦਾ ਦਾ ਨਾਮ। ਤੂੰ ਸੋਚਦਾ ਮਹਾਰਾਜ ਉਹਨੂੰ ਕੋਈ ਬਿਮਾਰੀ ਲਾ ਦੇ, ਉਹਦਾ ਫਲਾਣਾ ਕੰਮ ਕਰ ਦੇ, ਉਹਦਾ ਨੁਕਸਾਨ ਕਰ ਦੇ, ਮੇਰੇ ਬੱਚੇ ਅੱਗੇ ਹੋ ਜਾ, ਉਹਦਾ ਆਏ ਹੋ ਜੇ, ਤੇਰਾ ਭਲਾ ਕਿੱਥੋਂ ਹੋ ਜੂਗਾ? ਕਿਉਂਕਿ ਗੁਰੂ ਨਾਨਕ ਦਾ ਘਰ ਤੇ ਕਹਿੰਦਾ ਏ ਸਰਬੱਤ ਦਾ ਭਲਾ ਮੰਗ, ਇੱਥੇ ਤੇ ਸਾਰਿਆਂ ਦਾ ਭਲਾ ਹੈ। ਹੁਣ ਇੱਥੇ ਇੱਕੋ ਹੀ ਮਨੋਰਥ ਸੀ, ਦੁਨੀਆ ਵਾਸਤੇ ਤਪ ਕਰਨ ਨਹੀਂ ਬੈਠਾ ਹਿਰਣਕਸ਼ਪ, ਆਪਣੇ ਲਈ ਮੈਨੂੰ ਕੀ ਮਿਲੇਗਾ। ਪਰ ਉਹ ਤਪ ਚ ਕਾਮਯਾਬ ਹੋ ਗਿਆ ਜੀ। ਭਾਂਪੜ ਮੱਚਦੇ ਆ ਸਰੀਰ ਦੇ ਵਿੱਚੋਂ। ਬ੍ਰਹਮਾ ਜੀ ਕਹਿੰਦੇ ਜਦੋਂ ਨਜ਼ਰ ਮਾਰ ਕੇ ਵੇਖਿਆ, ਕਹਿੰਦੇ ਹਾਂ ਤਪ ਤੇ ਬਹੁਤ ਵੱਡਾ ਹੈ। ਕਹਿੰਦੇ ਜਿਸ ਪਰਬਤ ਤੇ ਬੈਠਾ ਹੈ ਉਹ ਪਰਬਤ ਚ ਲੱਭਦਾ ਹੀ ਨਹੀਂ, ਕਿਉਂਕਿ ਪਰਬਤ ਦੀ ਮਿੱਟੀ ਉੱਪਰ ਤੱਕ ਚੜ ਗਈ ਉਹਦੇ ਤੱਕ। ਹਜ਼ਾਰਾਂ ਸਾਲਾਂ ਤੋਂ ਜੁਗਾਂ ਤੋਂ ਬੈਠਾ ਹੈ। ਦੇਵੀ ਦੇਵਤਿਆਂ ਦੇ ਮੂੰਹਾਂ ਤੇ ਰੰਗ ਪੀਲਾ ਹੋਇਆ ਜਾਣਦੇ ਆ ਵੀ ਸਾਡਾ ਭਵਿੱਖ ਆਉਣ ਵਾਲਾ ਧੁੰਦਲਾ ਹੋਵੇਗਾ। ਇੱਕ ਛਿਨ ਧੀਰ ਨ ਰਹਿਤ ਹਮਾਰੀ, तेहे उपक्षम को करूं विचारी। ब्रह्मा दे सामने सारे ही बैठे आ शिव जी वर्गे, कहंदे जी सानू धीरज नहीं हुंदा। इन्ना कतलेआम असीं धर्मी लोकां दा वेखिया, साथों वेखिया नहीं गया, पर इन्नी पावर नहीं सी जाके रोक सकदे। मतलब जदों वो कतलेआम कराउंदा सी उदों भी ओदी भगती वड्डी सी, इसे करके कोई हाथ नहीं सी पा रहा। वो अपनी तपस्या भंग करदा ना। ਜਦੋਂ ਬੰਦੇ ਕੋਲ ਤਪੱਸਿਆ ਹੁੰਦੀ ਆ, ਭਗਤੀ ਹੁੰਦੀ, ਉਹਦਾ ਪ੍ਰਤਾਪ ਬੜਾ ਤੇਜ਼ ਹੁੰਦਾ ਹੈ, ਜਿਹੜੀ ਗੱਲ ਕਹਦੇ ਪੂਰੀ ਹੁੰਦੀ ਹੈ। ਲੋਕ ਪਾਣੀ ਭਰਦੇ ਫਿਰਦੇ ਆ, ਹੌਲੀ 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 ਤਪ ਘਟਦਾ ਜਾਂਦਾ, ਰਾਜ ਘਟਦਾ ਜਾਂਦਾ, ਨਰਕ ਵਾਲੇ ਪਾਸੇ ਹੋ ਜਾਂਦਾ। ਫਿਰ ਅੰਤਲੀ ਉਮਰ ਚ ਲੋਕ ਗਾਲਾਂ ਕੱਢਦੇ ਆ, ਮੈਡਲ ਪਾਉਂਦੇ ਆ। ਪੰਜਾਬ ਚ ਕਈਆਂ ਦੇ ਹਾਲ ਵੇਖੇ ਨਾ ਪਿਛਲੇ ਲੰਘੇ ਸਮੇਂ ਚ, ਜਿਨ੍ਹਾਂ ਦੇ ਰਾਜ ਚ ਕਦੇ ਪਤਾ ਨਹੀਂ ਸੀ ਹਿੱਲਦਾ, ਅੱਜ ਦਰ ਦਰ ਤੇ ਭੀਖਾਂ ਮੰਗਦੇ ਫਿਰਦੇ, ਕੋਈ ਸਾਨੂੰ ਵੋਟਾਂ ਪਾ ਦੇ ਫਿਰਦੇ ਆ। क्यों? तप करके राज मिलिया सी, राज करके ओहो जे पाप कर लए, बेअदबियां करातियां, बड़ा कुछ कीता, दोषियां नूं बचाया, भुगत रहे आ ना। फिरदे आ ना करदे तरले। तपस्या जदों भंग हो जे फिर अपने की बात नहीं पुछदे। जदों कहंदे तपस्या सी उदों भी देवते डोलदे सी, हुण ते हज़ारां सालां तो एक पैर दे सज्जे अंगूठे ते खड़ के तप कर रहे हैं। सृष्टि क्यों ना डोले? पर्वत पहाड़ां विच त्रेड़ां आ गईयां, धरती ते भुचालां दे नाल लोक दुखी होए पए ने। लोक तुमार न नासहि जावद, आप उपाय करो को तावद। ब्रह्मा जी कहंदे मैं की कर सकदा? कहंदे जी तुहाडे बिना किसे ने की करना? तुसी सृष्टि पैदा कीती है, करो किरपा। बस इन्ना ही कह सकदे आ, इहदी तपस्या भंग कर दो। आखो सतनाम। जे ਉਹਦੀ ਤਪੱਸਿਆ ਨਹੀਂ ਖਤਮ ਕਰੋਗੇ ਨੇ ਮਰਨਾ ਨਹੀਂ। ਜਿਵੇਂ ਰਾਮ ਜੀ ਕਦੇ ਵੀ ਰਾਵਣ ਨੂੰ ਨਹੀਂ ਸੀ ਮਾਰ ਸਕਦੇ ਜੇ ਸਕਾ ਭਰਾ ਭੇਦ ਨਾ ਦਿੰਦਾ। ਐਵੇਂ ਥੋੜਾ ਖਾਣ ਚੱਲੇ ਆ ਘਰ ਦਾ ਭੇਤੀ ਲੰਗਾ ਢਾਈ, ਉਹ ਨਹੀਂ ਦੱਸਿਆ ਨਾ ਇਹਦੀ ਧੁਨੀ ਚ ਤੀਰ ਮਾਰ, ਇਹਦੇ ਕੋਲ ਅਮਰਤਾ, ਇਹਨੇ ਮਰਨਾ ਨਹੀਂ, ਤੇ ਕੋਈ ਤੀਰ ਛੱਡਿਆ ਹੋ ਗਿਆ। ਹੁਣ ਤੀਰ ਮਾਰਨ ਵਾਲਾ ਵੱਡਾ ਜਾਂ ਭੇਦ ਦੱਸਣ ਵਾਲਾ ਵੱਡਾ? ਭੇਦ ਵਾਲਾ ਹੀ ਵੱਡਾ। ਜਿਹਨੇ ਦੱਸਦਾ ਨਾ ਦੱਸਦਾ ਹਜ਼ਾਰਾਂ ਸਾਲ ਬੈਠਾ ਰਹੇ ਤਾਂ ਲੜੀ ਜਾਂਦਾ ਕੁਛ ਨਹੀਂ ਸੀ ਹੋਣਾ। ਦੇਵਤੇ ਬ੍ਰਹਮਾ ਨੂੰ ਪੁੱਛਦੇ ਆ ਇਹਦਾ ਭੇਦ ਦੱਸੋ, ਅਸੀਂ ਕੁਝ ਵੀ ਨਹੀਂ ਕਰ ਸਕਦੇ, ਇਹਦਾ ਤਪ ਭੰਗ ਕਰ ਦਿਓ, ਇਹਦੀ એનર્ਜੀ ਡਾਊਨ ਕਰ ਦਿਓ, ਇਹਦੀ ਤਾਕਤ ਖਤਮ ਕਰ ਦਿਓ, ਤਾਂ ਜੋ ਸਾਡਾ ਸਵਰਗ ਬਚਿਆ ਰਹਿ ਜੇ। ਆਖੋ ਸਤਨਾਮ। ਬ੍ਰਹਮਾ ਕਹਿੰਦਾ ਤੁਸੀਂ ਆਏ ਹੋ, ਚਲੋ ਮੈਂ ਕੋਸ਼ਿਸ਼ ਕਰਦਾ। ਛੋਟੀ ਉਹਨੇ ਵੀ ਨਹੀਂ ਦਿੱਤੀ ਵੀ ਲੈ ਹੁਣੀ ਚੁਕਾ ਦਿਆਂਗੇ ਧਰਨਾ। ਖਲ ਫੜੇ ਕਹਿੰਦੇ ਆ ਨਾ, ਲੈ ਫਲਾਣੇ ਧਰਨੇ ਤੇ ਬੈਠੇ, ਨਹੀਂ ਪਤਾ ਵੀ ਧਰਨਿਆਂ ਨੇ ਕਿੰਨੇ ਜਗਾਉਣੇ ਆ। ਹਰੇ ਕਹਿੰਦਾ ਤਾਂ ਜਗਾ ਦਿਆਂਗੇ, ਆ ਕਰ ਦਿਆਂਗੇ। ਹੁਣ ਉਹ ਵੀ ਇੱਕ ਤਰ੍ਹਾਂ ਦਾ ਧਰਨਾ ਹੀ ਹੈ ਜਿਹੜਾ ਤਪ ਤੇ ਬੈਠਾ। ਬ੍ਰਹਮਾ ਨੇ ਪੂਰੀ ਗੱਲ ਨਹੀਂ ਕੀਤੀ, ਕਹਿੰਦਾ ਕੋਸ਼ਿਸ਼ ਕਰਦੇ ਆ, ਕਿਉਂਕਿ ਉਹ ਬੰਦਾ ਸੰਕਲਪ ਕਰਕੇ ਬੈਠਾ, ਜਿੱਦ ਕਰਕੇ ਬੈਠਾ ਹੈ। ਹੋ ਸਕਦਾ ਮੇਰੀ ਵੀ ਨਾ ਮੰਨੇ, ਆਖੇ ਜਿਹਦੀ ਮੈਂ ਭਗਤੀ ਕਰਦਾ ਉਹਨੂੰ ਭੇਜ। ਕਈ ਵਾਰ ਹੁੰਦਾ ਨਾ ਧਰਨੇ ਵਾਲਿਆਂ ਕੋਲ ਐਸਐਸਪੀ ਜਾਂਦਾ ਹੈ, ਕਹਿੰਦਾ ਉੱਠੋ ਬਾਈ ਆਦੇਸ਼ ਆਏ, ਕਹਿੰਦੇ ਅਸੀਂ ਕਿਉਂ ਉੱਠੀਏ, ਜਿਹਨੇ ਤੈਨੂੰ ਭੇਜਿਆ ਉਹਨੂੰ ਭੇਜ। ਡੀਸੀ ਵੀ ਆ ਜਾਂਦਾ, ਹੋਰ ਵੀ ਆ ਜਾਂਦੇ ਆ, ਡੀਜੀਪੀ ਵੀ ਕਹਿੰਦੇ ਨਾ ਮੰਤਰੀ ਲਿਆ। ਫਿਰ ਮੁੱਖ ਮੰਤਰੀ ਤਰਲੇ ਜੇ ਕਰਦਾ ਵੀ ਯਾਰ ਇੱਜ਼ਤ ਜੀ ਰੱਖ ਲਓ, ਬੜੀ ਮੋਟੀ ਯੂਜ਼ ਆਸ ਵੀ ਲੋ ਹੁੰਦਾ। ਹੁਣ ਬ੍ਰਹਮਾ ਇੱਕ ਵੱਡੀ ਪਾਵਰ ਮੰਨੀ ਜਾਂਦੀ ਹੈ, 33 ਕਰੋੜ ਦੇਵੀ ਦੇਵਤੇ ਕੋਲ ਬੈਠੇ ਆ,
ब्रह्मा जी ने तरस किया, कहते चलो मैं कोशिश करदा पर वादा नहीं करदा भी उठूगा कि नहीं। आखो सतनाम। मतलब एड्डा बड़ा तप है, इत्थे तक पहुंच गया हिरण्यकश्यप। फिर पढ़ते हो ना बाणी, हरनाक्ष दुष्ट हार मारिया। रब ने क्यों मारिया? ब्रह्मे वर्गे हार गए। रब नूं ही आउणा पैणा ना। जो कुछ होगा कल दी दीवाना च आनंद माणांगे। वाहिगुरू।